ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਦਰਬਾਰ, ਜਿੱਥੇ ਸਿੱਖ ਸ਼ਸਤਰ ਲੈ ਕੇ ਆਉਂਦੇ ਨੇ, ਘੋੜੇ ਲੈ ਕੇ ਆਉਂਦੇ ਨੇ, ਸਤਿਗੁਰੂ ਜੀ ਨੂੰ ਭੇਟਾ ਕਰਕੇ ਉਹ ਆਪਣੇ ਆਪ ਤੇ ਨਹੀਂ, ਆਪਣੇ ਗੁਰੂ ਤੇ ਮਾਣ ਮਹਿਸੂਸ ਕਰਦੇ ਨੇ ਕਿ ਉਹਨਾਂ ਨੂੰ ਜਿਹੜੇ ਨੀਵੀਆਂ ਜਾਤਾਂ ਵਾਲੇ ਲੋਕ, ਜਿਨ੍ਹਾਂ ਨੂੰ ਕੋਈ ਆਪਣੇ ਨਾਲ ਨਹੀਂ ਸੀ ਬਿਠਾਉਂਦਾ, ਸਤਿਗੁਰੂ ਜੀ ਨੇ ਉਹਨਾਂ ਨੂੰ ਥਾਂ ਦਿੱਤੀ, ਉਹਨਾਂ ਨੂੰ ਤਖਤਾਂ ਦੇ ਵਾਰਿਸ ਬਣਾ ਦਿੱਤਾ ਤੇ ਉਹਨਾਂ ਪਾਤਸ਼ਾਹ ਦੇ ਜਾਹੂ ਜਲਾਲ ਦੇ ਵਿੱਚ ਜਿਹੜੇ ਸਿੱਖ ਨੇ ਉਹ ਆਨੰਦ ਭੋਗ ਰਹੇ ਨੇ। ਸਤਿਗੁਰੂ ਜੀ ਦੇ ਵੇਲੇ ਇੱਕ ਬਹੁਤ ਪਿਆਰ ਵਾਲਾ ਗੁਰਸਿੱਖ ਸੀ ਜਿਹਦਾ ਨਾਂ ਸੀ ਭਾਈ ਅਦਲੀ, ਪਿੰਡ ਚੋਲਾ ਦਾ ਰਹਿਣ ਵਾਲਾ, ਤੇ ਸਤਿਗੁਰੂ ਜੀ ਦੇ ਵਾਸਤੇ ਆਪਣੇ ਮਨ ਦੇ ਵਿੱਚ ਅਥਾਹ ਪ੍ਰੇਮ ਰੱਖਣ ਵਾਲਾ। ਕੋਈ ਬਹੁਤਾ ਸੋਹਣਾ ਵੱਡਾ ਘਰ ਨਹੀਂ ਸੀ, ਛੋਟੀ ਜੀ ਝੋਪੜੀ, ਪਰ ਉਹਦਾ ਮਨ ਮਹਿਲਾਂ ਦੇ ਵਿੱਚ ਰਹਿਣ ਵਾਲੇ ਰਾਜੇ ਵਰਗਾ ਸੀ। ਆਪਣੇ ਛੋਟੀ ਜੀ ਨਿੱਕੀ ਜੀ ਝੋਪੜੀ ਦੇ ਵਿੱਚ ਬਹਿ ਕੇ ਰੋਜ਼ ਸਤਿਗੁਰੂ ਜੀ ਦੀ ਬਖਸ਼ਿਸ਼ ਨਾਲ ਅਭਿਆਸ ਕਰਦਾ, ਨਾਮ ਜਪਦਾ ਸੀ। ਇੱਕ ਦਿਨ ਭਾਈ ਅਦਲੀ ਆਪਣੀ ਝੋਪੜੀ ਦੇ ਵਿੱਚ ਬੈਠਾ ਹੈ, ਅੰਮ੍ਰਿਤ ਵੇਲੇ ਦਾ ਸਮਾਂ ਹੋਇਆ ਤੇ ਉਹਨਾਂ ਖੜਕਾ ਸੁਣਿਆ। ਇੰਨੇ ਨੂੰ ਕੀ ਹੋਇਆ ਕਿ ਇੱਕ ਨੌਜਵਾਨ ਮੁੱਖ ਤੇ ਕੱਪੜਾ ਲਪੇਟਿਆ ਹੋਇਆ ਹੈ ਤੇ ਉਹ ਆ ਕੇ ਉਹਨਾਂ ਦੀ ਝੋਪੜੀ 'ਚ ਦਾਖਲ ਹੁੰਦਾ ਹੈ। ਭਾਈ ਅਦਲੀ ਦੀ ਅਵਸਥਾ ਅਸੀਂ ਇਸ ਪੱਖ ਤੋਂ ਸਮਝ ਸਕਦੇ ਹਾਂ ਕਿ ਇੱਕ ਅਣਜਾਣ ਪੁਰਖ ਉਹਦੇ ਘਰ ਵਿੱਚ ਦਾਖਲ ਹੁੰਦਾ ਹੈ, ਪਰ ਭਾਈ ਅਦਲੀ ਆਪਣਾ ਚੌਂਕੜਾ ਨਹੀਂ ਛੱਡਦੇ। ਬੈਠੇ ਨੇ ਸਹਿਜ ਅਵਸਥਾ ਦੇ ਵਿੱਚ ਬਾਣੀ ਪੜ੍ਹ ਰਹੇ ਨੇ ਤੇ ਉਹ ਪੁਰਖ ਦਾਖਲ ਹੁੰਦਾ ਹੈ ਇਸ ਪੱਖ ਵਿੱਚ ਕਿ ਉਹਨੇ ਚੋਰੀ ਕੀਤੀ ਸੀ। ਉਹਨੇ ਕੁਝ ਮੱਝਾਂ ਚਰਾਈਆਂ ਤੇ ਮੱਝਾਂ ਚਰਾ ਕੇ ਆਪਣੇ ਨਾਲ ਲੈ ਆਇਆ, ਤੇ ਜਦੋਂ ਨਾਲ ਲੈ ਕੇ ਆਇਆ ਸੀ ਤੇ ਪਿੰਡ ਵਾਲੇ ਪਿੱਛੇ ਆ ਗਏ ਤੇ ਉਹਨਾਂ ਨੇ ਮੱਝਾਂ ਦੇ ਖੁਰ ਤੋਂ, ਉਹਨਾਂ ਦੇ ਮਿੱਟੀ ਦੇ ਪਏ ਹੋਏ ਪੈਰਾਂ ਦੇ ਨਿਸ਼ਾਨਾਂ ਤੋਂ ਪਤਾ ਕਰ ਲਿਆ ਕਿ ਮੱਝਾਂ ਕਿਹੜੇ ਪਾਸੇ ਨੂੰ ਗਈਆਂ, ਤੇ ਉਹ ਚੋਰ ਦੇ ਪਿੱਛੇ ਆ ਗਏ। ਤੇ ਜਦੋਂ ਚੋਰ ਦੇ ਪਿੱਛੇ ਆਏ, ਉਹਨਾਂ ਦੇਖਿਆ ਕਿ ਇਸ ਝੋਪੜੀ ਦੇ ਵਿੱਚ ਉਹ ਚੋਰ ਗਿਆ ਹੈ। ਹੁਣ ਚੋਰ ਤੇ ਦਾਖਲ ਹੋ ਗਿਆ ਸੀ, ਪਰ ਝੋਪੜੀ ਚੋਂ ਬਾਹਰ ਚੋਰ ਨਹੀਂ ਨਿਕਲਿਆ। ਝੋਪੜੀ ਤੋਂ ਬਾਹਰ ਆਇਆ ਗੁਰੂ ਕਾ ਸਿੱਖ ਭਾਈ ਬਿਧੀ ਚੰਦ। ਉਹ ਭਾਈ ਬਿਧੀ ਚੰਦ ਜਿਹਨੂੰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਕਹਿੰਦੇ ਮੇਰਾ ਸੀਨਾ ਆ। ਕਿਉਂ ਆਖਿਆ? ਉਹ ਭਾਈ ਬਿਧੀ ਚੰਦ ਭਾਈ ਅਦਲੀ ਦੇ ਘਰ ਵਿੱਚ ਜਾ ਕੇ ਉਹਦੇ ਅੰਦਰ ਇੰਨਾ ਪ੍ਰੇਮ ਜਾਗਿਆ, ਸਿਰਫ ਇੱਕ ਸਾਧੂ ਕਾ ਸੰਗ, ਇੱਕ ਰਤੜੀ ਹੋਈ ਰੂਹ ਭਾਈ ਅਦਲੀ, ਤੇ ਉਹਦੇ ਨਾਲ ਬਹਿ ਕੇ ਕੁਝ ਘੜੀਆਂ ਦਾ ਸਿਮਰਨ ਉਹਦੇ ਹਿਰਦੇ 'ਚ ਇੰਨਾ ਚਾਨਣ ਕਰ ਗਿਆ ਕਿ ਉਹ ਕਹਿੰਦਾ ਮੈਂ ਅੱਜ ਤੋਂ ਬਾਅਦ ਚੋਰੀ ਨਹੀਂ ਕਰਨੀ। ਤੇ ਭਾਈ ਅਦਲੀ ਲੈ ਕੇ ਉਹਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਵਿੱਚ ਹਾਜ਼ਰ ਹੋਏ। ਜਦੋਂ ਦਰਬਾਰ ਵਿੱਚ ਹਾਜ਼ਰ ਹੁੰਦੇ ਹੈ ਤੇ ਭਾਈ ਅਦਲੀ ਸਤਿਗੁਰੂ ਜੀ ਨੂੰ ਭਾਈ ਬਿਧੀ ਚੰਦ ਬਾਰੇ ਦੱਸਦਾ ਹੈ। ਤੇ ਸਤਿਗੁਰੂ, ਆਪਾਂ ਇੱਕ ਗੱਲ ਕਹਿੰਦੇ ਹਾਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਬਾਰੇ, ਦਲ ਭੰਜਨ ਗੁਰ ਸੂਰਮਾ, ਵੱਡ ਜੋਧਾ ਬਹੁ ਪਰਉਪਕਾਰੀ। ਪਰਉਪਕਾਰ ਕੌਣ ਕਰਦਾ ਪਿਆਰਿਓ? ਪਰਉਪਕਾਰ ਦੇ ਕੀ ਅਰਥ ਨੇ? ਪਰਉਪਕਾਰ ਹਮੇਸ਼ਾ ਦੂਜਿਆਂ ਤੇ ਹੁੰਦਾ ਹੈ। ਕੀ ਸਤਿਗੁਰੂ ਸਾਡੇ ਔਗਣਾਂ ਨੂੰ ਦੇਖਦੇ ਹੈ? ਹਾਂ ਦੇਖਦੇ ਹੈ, ਪਰ ਉਹਨਾਂ ਨੂੰ ਚਿਤਾਰਦੇ ਨਹੀਂ।
ਸਾਡੇ ਔਗਣਾਂ ਨੂੰ ਲੁਕਾ ਲੈਂਦੇ ਨੇ, ਛੁਪਾ ਲੈਂਦੇ ਨੇ। ਸਤਿਗੁਰ ਢਾਕ ਲਿਆ ਮੋਹੇ ਪਾਪੀ ਪੜਦਾ। ਭਾਈ ਬਿਧੀ ਚੰਦ ਨੂੰ ਦੇਖ ਕੇ ਸਤਿਗੁਰ ਨੇ ਚੋਰ ਨਹੀਂ ਦੇਖਿਆ ਵਿੱਚੋਂ, ਸਤਿਗੁਰ ਨੇ ਆਪਣਾ ਸੀਨਾ ਦੇਖਿਆ। ਭਾਈ ਬਿਧੀ ਚੰਦ ਗੁਰੂ ਕਾ ਸਿੱਖ ਹੋ ਨਿਬੜਿਆ। ਸਮਾਂ ਬਦਲਿਆ। ਕਾਬਲ ਤੋਂ ਭਾਈ ਗੁਰਬਖਸ਼ ਸਿੰਘ ਤੇ ਨਾਲ ਕੁਝ ਸੰਗਤਾਂ ਆਈਆਂ, ਨਾਲ 2 ਘੋੜੇ ਲਿਆਈਆਂ, ਦਿਲਬਾਗ ਤੇ ਗੁਲਬਾਗ, ਸਤਿਗੁਰ ਜੀ ਨੂੰ ਭੇਟਾ ਕਰਨ ਵਾਸਤੇ ਮਹਾਰਾਜ ਦੇ ਨਿਮਿਤ। ਜਦੋਂ ਉਹ ਘੋੜੇ ਲਿਆ ਰਹੀਆਂ ਸੀ ਤੇ ਲਾਹੌਰ ਦੇ ਜਿਹੜੇ ਉਸ ਵੇਲੇ ਦੇ ਸੂਬੇਦਾਰ ਸੀਗੇ, ਉਹਨਾਂ ਨੇ ਉਹ ਘੋੜੇ ਜ਼ਬਤ ਕਰ ਲਏ, ਇਹ ਕਹਿ ਕਰਕੇ ਕਿ ਇਹ ਘੋੜੇ ਕੀਮਤੀ ਹਨ, ਇਹ ਗੁਰੂ ਨੂੰ ਸ਼ੋਭਾ ਨਹੀਂ ਦਿੰਦੇ। ਸੰਗਤ ਆਈ, ਸੰਗਤ ਨੇ ਸਤਿਗੁਰ ਜੀ ਨੂੰ ਕਿਹਾ, ਕਹਿੰਦੇ ਮਹਾਰਾਜ ਆਪ ਜੀ ਦੇ ਨਿਮਿਤ ਘੋੜੇ ਲਿਆਏ ਸੀ ਤੇ ਘੋੜੇ ਤੇ ਕੋਈ ਹੋਰ ਲੈ ਗਿਆ। ਸਤਿਗੁਰ ਜੀ ਦੀ ਬਿੱਧ ਦੇਖੋ। ਮਹਾਰਾਜ ਨੇ ਕਿਹਾ, ਕਹਿੰਦੇ ਤੁਸੀਂ ਸਾਡੇ ਨਿਮਿਤ ਤੁਰ ਪਏ ਸੀ ਨਾ ਜਦੋਂ, ਕਹਿੰਦੇ ਉਦੋਂ ਘੋੜੇ ਤੁਸੀਂ ਅਰਪਣ ਕਰ ਦਿੱਤੇ, ਕੋਈ ਗੱਲ ਨਹੀਂ, ਸਾਡੇ ਕੋਲ ਆ ਜਾਵਣਗੇ। ਭਾਈ ਬਿਧੀ ਚੰਦ ਉੱਠਦਾ ਹੈ ਤੇ ਭਾਈ ਬਿਧੀ ਚੰਦ ਕਹਿੰਦਾ ਮੈਂ ਜਾਵਾਂਗਾ। ਉਸ ਸੂਰਬੀਰ ਯੋਧੇ ਦੀ ਹਿੰਮਤ ਇੰਨੀ ਕਿ ਉਹ ਕਿਲੇ 'ਚ ਦਾਖਲ ਹੁੰਦਾ ਹੈ ਇੱਕ ਕਾਹੀ ਬਣ ਕੇ, ਤੇ ਰੋਜ਼ ਜਾ ਕੇ ਕਿਲੇ ਦੀ ਛੱਤ ਤੋਂ ਪੱਥਰ ਸੁੱਟਦੇ ਹੈ ਦਰਿਆ ਦੇ ਵਿੱਚ। ਕਿਉਂ? ਕਿਉਂਕਿ ਜਦੋਂ ਘੋੜਾ ਲੈ ਕੇ ਜਾਵਾਂਗਾ ਤੇ ਆਵਾਜ਼ ਆਵੇਗੀ, ਕੋਈ ਪਛਾਣੇ ਨਾ। ਜਦੋਂ ਰੋਜ਼ ਆਵਾਜ਼ ਆਉਂਦੀ ਹੈ ਤੇ ਸਾਰਿਆਂ ਨੂੰ ਲੱਗੇਗਾ ਕਿ ਕੋਈ ਗੱਲ ਨਹੀਂ, ਪੱਥਰ ਡਿੱਗਿਆ ਹੋਣਾ ਜਾਂ ਹੋਰ ਕੋਈ ਆਵਾਜ਼ ਹੋਣੀ ਹੈ। ਕੇਵਲ ਬਹਾਦਰੀ ਸਾਡੇ ਜੀਵਨ ਦਾ ਮੰਤਵ ਨਹੀਂ ਹੁੰਦਾ ਪਿਆਰਿਓ, ਸੂਝ-ਬੂਝ ਤੇ ਸਿਆਣਪ ਬੜਾ ਵੱਡਾ ਖੇਡ ਹੈ। ਹਰ ਵਾਰ ਜੰਗ ਬਾਵਾਂ ਦੇ ਜ਼ੋਰ ਤੇ ਨਹੀਂ ਜਿੱਤੀ ਜਾਂਦੀ, ਦਿਮਾਗ ਬੜੀ ਵੱਡੀ ਖੇਡ ਹੈ। ਭਾਈ ਬਿਧੀ ਚੰਦ ਦੇ ਕੋਲ 2 ਆਪਸ਼ਨ ਸੀਗੇ, ਜੀਵਨ ਨੂੰ ਬਤੀਤ ਕਰਨਾ ਇੱਕ ਚੋਰ ਦੀ ਨਿਆਈ, ਜਾਂ ਕੰਮ ਅੱਜ ਵੀ ਉਹੀ ਕਰ ਰਿਹਾ, ਕਿਲੇ ਦੇ ਵਿੱਚ ਜਾ ਕੇ ਘੋੜੇ ਚੋਰੀ ਕੀਤੇ ਹੈ, ਟਪਾ ਕੇ ਲੈ ਆ ਘੋੜਾ। ਸਤਿਗੁਰ ਜੀ ਦੇ ਕੋਲ ਪਹੁੰਚੇ ਤੇ ਮਹਾਰਾਜ ਨੇ ਚੋਰ ਨਹੀਂ ਆਖਿਆ। ਅੱਜ ਮਹਾਰਾਜ ਨੇ ਕਿਹਾ, ਕਹਿੰਦੇ ਤੂੰ ਮੰਗ ਬਿਧੀ ਚੰਦ, ਕੀ ਚਾਹੀਦਾ ਤੈਨੂੰ। ਹੁਣ ਦੇਖੋ, ਅਸੀਂ ਇੱਕ ਗੱਲ ਕਰਦੇ ਹਾਂ, ਬਹਾਦਰੀ ਹੈ ਬਿਧੀ ਚੰਦ ਵਿੱਚ, ਪਰ ਉਹਦੇ ਹਿਰਦੇ ਦੀ ਪ੍ਰੇਮ ਭਾਵਨਾ ਦੇਖੋ। ਭਾਈ ਬਿਧੀ ਚੰਦ ਸਤਿਗੁਰੂ ਜੀ ਨੂੰ ਕਹਿੰਦਾ ਹੈ, ਨੇ ਸਤਿਗੁਰੂ ਜੇ ਅੱਜ ਤੁੱਠੇ ਹੋ ਤੇ ਮੈਨੂੰ 4 ਬਚਨ ਦਿਓ। ਤੇ ਮੈਂ ਆਪ ਜੀ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹ 4 ਬਚਨ ਸਾਡੀ ਅਰਦਾਸ ਹੋਣੀ ਚਾਹੀਦੀ ਹੈ। ਇਹਦੇ ਵਿੱਚ ਸਭ ਕੁਝ ਆ ਜਾਂਦਾ ਹੈ। ਹੋਰ ਕੋਈ ਅਰਦਾਸ ਇਸ ਤੋਂ ਵੱਖਰੀ ਸਾਡੀ ਜੇ ਹੈ ਤੇ ਅਸੀਂ ਜ਼ਰੂਰ ਸੋਚਣ ਦਾ ਯਤਨ ਕਰਾਂਗੇ। ਉਹਨਾਂ ਪਹਿਲਾ ਬਚਨ ਕਿਹਾ, ਕਹਿੰਦੇ ਸਤਿਗੁਰੂ ਕਾ ਅੰਗ। ਬੜਾ ਵੱਡਾ ਮੰਗ ਸੀ, ਬੜੀ ਵੱਡੀ ਮੰਗ ਸੀ। ਅੰਗ ਦਾ ਕੀ ਅਰਥ ਹੈ ਪਿਆਰਿਓ? ਤੁਹਾਡੇ ਸਰੀਰ ਦੇ ਅੰਗ ਨੇ ਨਾ, ਜਿੱਥੇ ਤੁਸੀਂ ਜਾਂਦੇ ਹੋ ਤੁਹਾਡੇ ਨਾਲ ਜਾਂਦੇ ਨੇ। ਕਦੇ ਇੱਦਾਂ ਹੋਇਆ ਤੁਸੀਂ ਪਹਿਲਾਂ ਪਹੁੰਚ ਕੇ ਹੱਥ ਬਾਅਦ ਵਿੱਚ ਆ ਰਿਹਾ? ਇੱਦਾਂ ਨਹੀਂ ਹੁੰਦਾ ਨਾ। ਭਾਈ ਬਿਧੀ ਚੰਦ ਨੇ ਪਹਿਲੀ ਮੰਗ ਮੰਗੀ, ਮੈਂ ਜਿੱਥੇ ਜਾਵਾਂ ਮੇਰਾ ਸਤਿਗੁਰੂ ਮੇਰੇ ਅੰਗ ਹੋਣ, ਅੰਗ ਸੰਗ ਹੋਣ, ਮੇਰਾ ਗੁਰੂ ਮੇਰੇ ਨਾਲ ਜਾਵੇ, ਜਿੱਥੇ ਮੈਂ ਜਾਵਾਂ ਮੇਰਾ ਗੁਰੂ ਮੇਰੇ ਨਾਲ ਹੋਵੇ। ਜੇ ਮੈਂ ਜੰਗ ਲੜਨ ਜਾ ਰਹੀ ਹਾਂ ਤਾਂ ਮੇਰਾ ਗੁਰੂ ਮੇਰੇ ਨਾਲ ਹੋਵੇ। ਜੇ ਮੈਂ ਤੱਤੀਆਂ ਤਵੀਆਂ ਤੇ ਬੈਠਣ ਜਾ ਰਿਹਾ, ਦੇਗਾਂ 'ਚ ਉਬਾਲੇ ਖਾਣ ਜਾ ਰਿਹਾ, ਮੇਰਾ ਗੁਰੂ ਮੇਰੇ ਨਾਲ ਹੋਵੇ। ਜੇ ਮੈਂ ਸ਼ਹੀਦੀ ਪਾਉਣ ਵਾਸਤੇ ਬੰਦ ਕਟਾਉਣ ਜਾ ਰਿਹਾ, ਮੇਰਾ ਗੁਰੂ ਮੇਰੇ ਨਾਲ ਹੋਵੇ। ਤੇ ਜੇ ਮੈਂ ਸੰਸਾਰੀ ਕਾਰਜ ਕਰ ਰਿਹਾ ਤਾਂ ਵੀ ਮੇਰਾ ਗੁਰੂ ਮੇਰੇ ਨਾਲ ਹੋਣਾ ਚਾਹੀਦਾ। ਜੇ ਮੈਂ ਗੁਰੂ ਘਰ ਜਾ ਰਿਹਾ ਤਾਂ ਵੀ ਮੇਰਾ ਗੁਰੂ ਮੇਰੇ ਨਾਲ ਹੋਵੇ। ਤੇ ਜੇ ਮੈਂ ਆਪਣੇ ਕੰਮਾਂ ਨੂੰ ਜਾ ਰਿਹਾ, ਪੜ੍ਹਨ ਜਾ ਰਿਹਾ ਤਾਂ ਵੀ ਮੇਰਾ ਗੁਰੂ ਮੇਰੇ ਨਾਲ ਹੋਣਾ ਚਾਹੀਦਾ। ਇਹ ਵੰਡੀਆਂ ਨਾ ਪਾਈਏ ਜੀਵਨ ਦੇ ਵਿੱਚ ਕਿ ਗੁਰੂ ਘਰ ਤੇ ਗੁਰੂ ਅੰਗ ਹੈ, ਤੇ ਜਦੋਂ ਬਾਹਰ ਚਲੇ ਗਏ ਤੇ ਫਿਰ ਗੁਰੂ ਅੰਗ ਨਹੀਂ ਗਾ। ਪਹਿਲਾ ਮੰਗ ਭਾਈ ਬਿਧੀ ਚੰਦ ਨੇ ਕਹੀ, ਸਤਿਗੁਰੂ ਕਾ ਅੰਗ
ਤੇ ਦੂਜੀ ਅਰਦਾਸ ਉਸ ਦੀ ਉਹਨੇ ਕਿਹਾ ਸਾਧੂ ਕਾ ਸੰਗ। ਉਹਨੇ ਕਿਹਾ ਹਾਂ ਸਤਿਗੁਰੂ ਅੰਗ ਸੰਗ ਹੋਣਗੇ, ਪਰ ਸਤਿਗੁਰੂ ਨੂੰ ਅੰਗ ਸੰਗ ਮਹਿਸੂਸ ਕਿਵੇਂ ਕਰਾਂਗਾ? ਗੁਰੂ ਮਹਿਸੂਸ ਹੋਣਾ ਚਾਹੀਦਾ ਹੈ, ਤੇ ਜੇ ਗੁਰੂ ਮਹਿਸੂਸ ਨਹੀਂ ਹੋਵੇਗਾ ਤੇ ਕਿਵੇਂ ਪਤਾ ਚੱਲੇਗਾ ਕਿ ਗੁਰੂ ਹੈ? ਕਿਉਂਕਿ ਗੁਰੂ ਦ੍ਰਿਸ਼ਟਮਾਨ ਨਹੀਂ ਹੈ, ਉਹ ਇੱਕ ਅਦ੍ਰਿਸ਼ਟ ਸ਼ਕਤੀ ਹੈ ਜੋ ਵਰਤ ਰਹੀ ਹੈ, ਪਰ ਉਸ ਨੂੰ ਮਹਿਸੂਸ ਕਰਨ ਵਾਸਤੇ ਮੈਨੂੰ ਗੁਰਸਿੱਖਾਂ ਦੀ ਭਾਲ ਕਰਨੀ ਪਵੇਗੀ। ਇਹੀ ਕਾਰਨ ਸੀ ਗੁਰੂ ਨਾਨਕ ਸਾਹਿਬ ਜੀ ਨੇ ਉਦਾਸੀਆਂ ਕੀਤੀਆਂ। ਗੁਰੂ ਸਾਹਿਬ ਜੀ ਨੇ ਆਪ ਲਿਖਿਆ, ਗੁਰਮੁਖ ਖੋਜ ਭਏ ਉਦਾਸੀ ਸਿੱਧ ਗੋਸ਼ਟ ਦੇ ਵਿੱਚ। ਭਾਈ ਬਿਧੀ ਚੰਦ ਕਹਿੰਦੇ ਮੈਨੂੰ ਸਾਧੂ ਕਾ ਸੰਗ ਮਿਲੇ, ਉਹਨਾਂ ਰੰਗ ਰਤੜੀਆਂ ਰੂਹਾਂ ਨੇ ਜਿਨ੍ਹਾਂ ਨੇ ਮੈਨੂੰ ਚੋਰ ਤੋਂ ਸੰਤ ਬਣਾ ਦਿੱਤਾ, ਕਹਿੰਦੇ ਮੈਨੂੰ ਉਹਨਾਂ ਦਾ ਸੰਗ ਮਿਲਦਾ ਰਵੇ। ਜੇ ਉਹ ਮਿਲਦੇ ਰਹਿਣਗੇ ਮੇਰੇ ਸਵਾਸ ਚੱਲਦੇ ਰਹਿਣਗੇ, ਜੇ ਉਹ ਨਹੀਂ ਮਿਲੇ ਤੇ ਮੇਰੇ ਵਾਸਤੇ ਜਿਉਂਦੇ ਜੀ ਮੌਤ ਹੈ। ਤੀਸਰਾ ਬਚਨ ਭਾਈ ਬਿਧੀ ਚੰਦ ਨੇ ਬੇਨਤੀ ਕੀਤੀ, ਕਹਿੰਦੇ ਸਤਿਗੁਰੂ ਜੇ ਅੱਜ ਟੁੱਟੇ ਹੋ ਨਾ, ਇੱਕ ਚੀਜ਼ ਹੋਰ ਦੇ ਦਿਓ। ਕਹਿੰਦੇ ਕਈ ਵਾਰੀ ਇੱਦਾਂ ਹੁੰਦਾ ਹੈ ਕਿ ਸੰਗਤ ਵਿੱਚ ਤੇ ਬੈਠਾ ਆ, ਪਰ ਮੇਰਾ ਅੰਦਰ ਕਲਪਦਾ ਪਿਆ ਹੈ, ਅੰਦਰ ਹੋਰ ਹੀ ਕੁਛ ਚੱਲਦਾ ਪਿਆ, ਅੰਦਰ ਹੋਰ ਦੁਬਿਧਾਵਾਂ ਨੇ, ਪਰੇਸ਼ਾਨੀਆਂ ਨੇ, ਉਸ ਆਨੰਦ ਨੂੰ ਮਹਿਸੂਸ ਨਹੀਂ ਕਰ ਪਾ ਰਿਹਾ ਜੋ ਸ਼ਾਇਦ ਮੇਰਾ ਨਾਲ ਦਾ ਸਿੰਘ ਕਰਦਾ ਹੋਵੇਗਾ ਜਾਂ ਭੈਣ ਕਰਦੀ ਹੋਵੇਗੀ। ਮੈਂ ਉਸ ਰੰਗ ਨੂੰ ਮਹਿਸੂਸ ਕਰਨਾ ਚਾਹੁੰਦਾ ਜੋ ਵਰਤਦਾ ਆ 24 ਘੰਟੇ, ਹਰ ਥਾਂ ਵਰਤਦਾ ਆ। ਉਹ ਰੰਗ ਹੈ ਨਾਮ ਦਾ ਰੰਗ। ਕਹਿੰਦੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਤੁਸੀਂ ਪਰਉਪਕਾਰੀ ਹੋ, ਕਿਰਪਾ ਕਰੋ ਮੇਰੀ ਝੋਲੀ ਦੇ ਵਿੱਚ ਨਾਮ ਦਾ ਰੰਗ ਪਾ ਦਿਓ। ਬਸ ਇੱਥੋਂ ਤੱਕ ਨਹੀਂ ਪਿਆਰਿਓ, ਉਹਨਾਂ ਕਿਹਾ ਕਹਿੰਦੇ ਨਾਮ ਤੇ ਮਿਲ ਜਾਵੇਗਾ, ਸਤਿਗੁਰੂ ਕਾ ਅੰਗ ਵੀ ਹੋਵੇਗਾ, ਸਾਧੂ ਕਾ ਸੰਗ ਵੀ ਹੋਵੇਗਾ, ਪਰ ਕਿਤੇ ਮੈਂ ਨਾ ਥੜਕ ਜਾਵਾਂ। ਤੁਸੀਂ ਕਿਰਪਾ ਕਰਿਓ ਮੇਰਾ ਨਿਸ਼ਚਾ ਭੰਗ ਹੋਵੇ, ਇੱਦਾਂ ਦਾ ਨਿਸ਼ਚਾ ਹੋਵੇ ਕਿ ਜੇ ਗੁਰੂ ਨੇ ਕਹਿ ਦਿੱਤਾ ਘੋੜੇ ਲਿਆਉਣੇ ਆ ਤਾਂ ਇੱਧਰ ਉੱਧਰ ਨਹੀਂ ਦੇਖਣਾ, ਫਿਰ ਮੈਂ ਘੋੜੇ ਲਿਆਉਣੇ ਆ। ਜੇ ਗੁਰੂ ਨੇ ਕਹਿ ਦਿੱਤਾ ਕਿ ਪੁੱਤਰ ਤੈਨੂੰ ਮੈਂ ਜੀਵਨ ਜਾਚ ਇੱਦਾਂ ਦੀ ਦਿੱਤੀ ਹੈ ਤਾਂ ਇੱਧਰ ਉੱਧਰ ਨਹੀਂ ਦੇਖਣਾ। ਇਹਨੂੰ ਭਾਈ ਗੁਰਦਾਸ ਜੀ ਲਿਖਦੇ ਕੱਕਾ ਕੱਕੀ, ਕਹਿੰਦੇ ਕੱਕਾ ਕੱਕੀ ਨਹੀਂ ਕਰਨੀ, ਫਿਰ ਕਿੰਤੂ ਪਰੰਤੂ ਨਹੀਂ ਕਰਨਾ, ਇਹ ਸੋਚ ਕਰਕੇ ਕਿ ਨਹੀਂ ਮੈਂ ਜਾਣਦਾ ਕਿ ਚੰਗਾ ਕੀ ਹੈ ਮੇਰੇ ਵਾਸਤੇ, ਮੇਰਾ ਗੁਰੂ ਨਹੀਂ ਜਾਣਦਾ। ਨਹੀਂ ਪਿਆਰਿਓ, ਉਹ ਗੁਰੂ ਉਹ ਹੈ ਜਿਹਨੇ ਉਹ ਸਭ ਕੁਝ ਸਾਡੀ ਝੋਲੀ ਦੇ ਵਿੱਚ ਪਾ ਦਿੱਤਾ ਜਿਹੜਾ ਹਲੇ ਵਿਗਿਆਨ ਖੋਜ ਨਹੀਂ ਕਰ ਪਾ ਰਿਹਾ। ਤੇ ਭਾਈ ਬਿਧੀ ਚੰਦ ਨੇ ਇੱਕ ਗੱਲ ਕਹਿ ਦਿੱਤੀ, ਕਹਿੰਦੇ ਸਤਿਗੁਰੂ ਮੇਰਾ ਅਭੰਗ ਨਿਸ਼ਚਾ ਹੋਵੇ, ਮੇਰੀ ਦ੍ਰਿੜਤਾ ਅਭੰਗ ਹੋ ਜਾਵੇ, ਇੰਨੀ ਦ੍ਰਿੜਤਾ ਹੋਵੇ ਕਿ ਮੈਂ ਸਭ ਕੁਝ ਛੱਡ ਦੇਵਾਂ, ਤੇਰਾ ਪੰਥ ਨਾ ਛੱਡਾਂ, ਤੇਰੇ ਚਰਨਾਂ ਨੂੰ ਨਾ ਛੱਡਾਂ, ਤੇਰੀ ਪਿਆਰੇ ਗੁਰਸਿੱਖਾਂ ਦੀ ਸੇਵਾ ਨਾ ਛੱਡਾਂ। ਤੇ ਸਤਿਗੁਰ ਕੀ ਬਾਣੀ ਕਹਿੰਦੀ ਹੈ, ਸਤਿਗੁਰ ਕੀ ਸੇਵਾ ਗਾਖੜੀ। ਗਾਖੜੀ ਦਾ ਕੀ ਅਰਥ ਹੈ? ਕਰੜੀ ਆ ਸੇਵਾ। It's not very easy to stand up and say that, I'm a ਸੇਵਾਦਾਰ। ਮੈਂ ਤੇ ਚੰਗਾ ਸੇਵਾਦਾਰ ਬਣ ਗਿਆ, ਮੈਂ ਲੇਬਲ ਲਾ ਲਿੱਤਾ ਤੇ ਕਹਿ ਦਿੱਤਾ ਮੈਂ ਸੇਵਾਦਾਰ ਹਾਂ। ਨਹੀਂ ਪਿਆਰਿਓ, ਸੇਵਾਦਾਰ ਉਹ ਹੁੰਦਾ ਹੈ ਜਿਹਨੇ ਆਪਣਾ ਸਿਰ ਦਿੱਤਾ ਹੋਵੇ। ਸਿਰ ਦੀਜੈ ਆਪ ਗਵਾਏ। ਜੇ ਸਿਰ ਨਹੀਂ ਨਾ ਦਿੱਤਾ, and we become choosy sometimes ਕਹਿ ਕਰਕੇ ਕਿ ਨਹੀਂ ਮੈਂ ਤੇ ਜੋੜੀਆਂ ਦੀ ਸੇਵਾ ਕਰਾਂਗਾ, ਭਾਂਡਿਆਂ ਦੀ ਸੇਵਾ ਮੈਂ ਨਹੀਂ ਕਰਨੀ। ਮੈਂ ਸੇਵਾ ਤੇ ਲੰਗਰਾਂ ਦੇ ਵਿੱਚ ਕਰਾਂਗਾ, ਮੈਂ ਨਹੀਂ ਵਾਸ਼ਰੂਮ ਜਾ ਕੇ ਕਲੀਨ ਕਰਨੇ। ਮੈਨੂੰ ਮਾਫ ਕਰਿਓ, ਸੇਵਾਦਾਰ ਇੱਦਾਂ ਨਹੀਂ ਕਹਿ ਸਕਦਾ, ਉਹਦੇ ਕੋਲ ਇੰਨੀ ਅਥਾਰਟੀ ਨਹੀਂ ਗੀ। ਅਰਬ ਦੇਸ਼ ਦੇ ਵਿੱਚ ਇੱਕ ਵਾਰੀ ਨਾ ਇੱਕ ਗੁਲਾਮ ਖਰੀਦੇ ਜਾਂਦੇ ਸੀ ਤੇ ਉਹਨਾਂ ਨੇ ਗੁਲਾਮ ਨੂੰ ਲਿਆਂਦਾ ਤੇ ਇੱਕ ਗੁਲਾਮ ਨੂੰ ਉਹਦੇ ਮਾਲਕ ਪੁੱਛਦਾ, ਕਹਿੰਦਾ ਤੂੰ ਕੀ ਖਾਵੇਂਗਾ? ਤੇ ਉਹਨਾਂ ਕਿਹਾ, ਕਹਿੰਦੇ ਜੋ ਤੁਸੀਂ ਖਵਾ ਦੋਗੇ ਮੈਂ ਖਾ ਲਵਾਂਗਾ। ਉਹਨਾਂ ਕਿਹਾ ਤੂੰ ਕੀ ਪਾਵੇਂਗਾ? ਜਿੱਦਾਂ ਦੇ ਕੱਪੜੇ ਤੈਨੂੰ ਚਾਹੀਦੇ ਆ ਮੈਂ ਉੱਦਾਂ ਦੇ ਲਿਆ ਦਿੰਦਾ। ਤੇ ਉਹਨਾਂ ਕਿਹਾ, ਕਹਿੰਦੇ ਤੁਸੀਂ ਜੋ ਕੱਪੜੇ ਦੇ ਦੇਵੋਗੇ ਮੈਂ ਪਾ ਲਵਾਂਗਾ, ਜੇ ਤਨ ਤੇ ਬਸਤਰ ਵੀ ਨਹੀਂ ਦੋਗੇ ਤਾਂ ਵੀ ਮੈਂ ਕੁਛ ਨਹੀਂ ਤੁਹਾਨੂੰ ਕਹਿੰਦਾ। ਤੀਜੀ ਗੱਲ ਉਹਨੇ ਕਹੀ, ਤੇਰਾ ਨਾਂ ਕੀ ਆ? ਕਹਿੰਦਾ ਗੁਲਾਮ ਦਾ ਕੋਈ ਨਾਂ ਨਹੀਂ ਹੁੰਦਾ, ਜਿਹੜੇ ਮਰਜ਼ੀ ਨਾਂ ਨਾਲ ਬੁਲਾ ਲਾ। ਅਸਲ ਗੱਲ ਪਿਆਰਿਓ ਸਿਰਫ ਇਹ ਆ ਕਿ ਅਸੀਂ ਹਲੇ ਲਾਲੇ ਗੋਲੇ ਬਣੇ ਨਹੀਂ, ਅਸੀਂ ਗੋਲੇ ਨਹੀਂ ਬਣੇ, ਹਲੇ ਗੁਲਾਮ ਨਹੀਂ ਬਣੇ ਗੁਰੂ ਕੇ।
ਹਲੇ ਆਪਣੀ ਮੱਤ ਲੈ ਕੇ ਤੁਰਦੇ ਫਿਰਦੇ ਹਾਂ ਕਹਿ ਕੇ ਕਿ ਨਹੀਂ ਮੈਂ ਜਾਣਦਾ ਚੰਗਾ ਕੀ ਹੈ। ਗੋਲਾ ਉਦੋਂ ਹੁੰਦਾ ਆ ਜਦੋਂ ਇਸ ਪੱਖ ਨੂੰ ਦ੍ਰਿੜ ਕਰ ਲਵੇ ਕਿ ਨਹੀਂ ਹੁਣ ਮੇਰੀ ਚਲਦੀ ਨਹੀਂ ਗੀ। ਹੁਣ ਜੇ ਮੈਨੂੰ ਗੁਰੂ ਨੇ ਕਹਿ ਦਿੱਤਾ ਨਾ ਕਿ ਤੇਰਾ ਨਾਂ ਇਹ ਹੈ, ਤੇਰੇ ਨਾਂ ਦੇ ਪਿੱਛੇ ਸਿੰਘ ਲੱਗਦਾ ਆ, ਤੇਰਾ ਰਹਿਣ ਸਹਿਣ ਇਹ ਹੋਵੇ, ਤੇਰਾ ਖਾਣ ਪੀਣ ਇਹ ਹੋਵੇ, ਤੇਰਾ ਪਾਉਣ ਉੱਠਣ ਇਹ ਹੋਵੇ, ਤੇਰੀ ਬੋਲੀ ਇੱਦਾਂ ਦੀ ਹੋਵੇ, ਤੇਰਾ ਰਹਿਣ ਚਾਲ ਇੱਦਾਂ ਦੀ ਹੋਵੇ, ਸਭ ਕੁਝ ਗੁਰੂ ਨੇ ਦਿੱਤਾ ਆ। ਤੇ ਜੇ ਫਿਰ ਆਪਣੇ ਜੀਵਨ ਅਨੁਸਾਰ ਜੀਵਨ ਜੀਵਾਂਗੇ ਨਾ ਤੇ ਫਿਰ ਅਸੀਂ ਹਲੇ ਤੱਕ ਸੇਵਾਦਾਰ ਨਹੀਂ ਬਣੇ। ਉਸ ਭਾਈ ਬਿਧੀ ਚੰਦ ਨੇ ਕਿਹਾ, ਕਹਿੰਦੇ ਸਤਿਗੁਰੂ ਸਭ ਕੁਝ ਹੋਵੇਗਾ ਮੇਰੇ ਕੋਲ, ਜੇ ਨਿਸ਼ਚਾ ਟੁੱਟ ਗਿਆ ਨਾ ਤੇ ਮੈਂ ਥਿੜਕ ਕੇ ਖੂਹ 'ਚ ਡਿੱਗਾਂਗਾ ਜਿੱਥੋਂ ਕਦੇ ਬਾਹਰ ਨਹੀਂ ਆ ਸਕਦਾ। ਧਿਆਨ ਰੱਖਣਾ ਪਿਆਰਿਓ, ਜਿਹੜੀ ਜ਼ਿੰਮੇਵਾਰੀ ਪੰਥ ਨੇ ਤੁਹਾਡੇ ਸਿਰ ਪਾਈ ਹੈ ਨਾ, ਇਸ ਜ਼ਿੰਮੇਵਾਰੀ 'ਚ ਨਿਸ਼ਚਾ ਅਪੰਗ ਚਾਹੀਦਾ ਹੈ ਜਿਹੜਾ ਕਦੇ ਡੋਲੇ ਨਾ। ਉਸ ਭਾਈ ਬਿਧੀ ਚੰਦ ਵਰਗਾ ਜਿਹੜਾ ਇੱਕ ਘੋੜਾ ਲਿਆਂਦਾ, ਸਤਿਗੁਰੂ ਤੋਂ 4 ਬਖਸ਼ਿਸ਼ਾਂ ਮੰਗੀਆਂ, ਫੇਰ ਗਿਆ ਨਜੂਮੀ ਬਣ ਕੇ, ਜੋਤਸ਼ੀ ਬਣ ਕੇ। ਦੂਜਾ ਵੀ ਤੇ ਲਿਆਣਾ ਸੀ ਨਾ। ਉੱਥੇ ਜਾ ਕੇ ਕੀ ਕਹਿੰਦੇ ਪਤਾ, ਉਹਨਾਂ ਜਾ ਕੇ ਕਿਹਾ, ਕਹਿੰਦੇ ਸਤਿਗੁਰੂ ਜੀ ਜਿਹੜੇ ਲੋਕ ਸੀ, ਕਹਿੰਦੇ ਮੈਂ ਨਾ ਜੋਤਸ਼ੀ ਹਾਂ, ਮੈਨੂੰ ਦੱਸੋ ਕੀ ਹੋਇਆ, ਮੈਂ ਤੁਹਾਨੂੰ ਦੱਸਦਾ ਘੋੜਾ ਕੌਣ ਲੈ ਕੇ ਗਿਆ। ਕਹਿੰਦੇ ਅੱਛਾ ਇੱਦਾਂ ਆਇਆ ਸੀ, ਇੱਦਾਂ ਘੋੜੇ ਨੂੰ ਖੋਲ੍ਹਿਆ, ਇੱਦਾਂ ਘੋੜੇ 'ਤੇ ਬੈਠੇ, ਅੱਛਾ ਮੈਨੂੰ ਲੱਗਦਾ ਇਹ ਦੀਵਾਰ ਤੋਂ ਉਹਨੇ ਛਾਲ ਮਾਰੀ ਸੀ। ਬਸ ਇੱਦਾਂ ਕਰਦੇ ਕਰਦੇ ਦੂਜਾ ਵੀ ਲੈ ਆਏ। ਜਦੋਂ ਦੂਜਾ ਟਪਾਇਆ ਸਤਿਗੁਰੂ ਕੋਲ ਆਏ, ਪਹਿਲਾਂ ਮੰਗਿਆ ਸੀ ਆਪ, 4 ਬਚਨ ਆਪ ਮੰਗੇ। ਅੱਜ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਆਂਦਿਆਂ ਸੀਨੇ ਨਾਲ ਲਾਇਆ ਤੇ ਕੀ ਆਖਿਆ, ਕਹਿੰਦੇ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ, ਕਹਿੰਦੇ ਮੇਰਾ ਸੀਨਾ ਆ। ਔਰ ਇੱਥੋਂ ਤੱਕ ਸਾਨੂੰ ਇਤਿਹਾਸ 'ਚ ਮਿਲਦਾ ਪਿਆਰਿਓ, ਸਤਿਗੁਰੂ ਜੀ ਕਿਸੇ ਰੁਝੇਵੇਂ ਕਰਕੇ ਕਾਬੁਲ ਨਹੀਂ ਸੀ ਜਾ ਸਕਦੇ, ਭਾਈ ਬਿਧੀ ਚੰਦ ਨੂੰ ਭੇਜਿਆ ਤੇ ਸਤਿਗੁਰੂ ਨੇ ਹੁਕਮਨਾਮਾ ਭੇਜਿਆ। ਉਹਨਾਂ ਕਿਹਾ, ਕਹਿੰਦੇ ਜੋ ਭਾਈ ਬਿਧੀ ਚੰਦ ਦੇ ਦਰਸ਼ਨ ਕਰੇਗਾ ਉਹਨੂੰ ਸਾਡੇ ਦਰਸ਼ਨ ਹੋਣਗੇ। ਸਤਿਗੁਰੂ ਤੇ ਸਿੱਖ ਵਿੱਚ ਕਿੰਨਾ ਪ੍ਰੇਮ ਆ। ਉਸ ਗੁਰੂ ਨੇ ਤੁਹਾਨੂੰ ਤਖਤ ਤੇ ਬਿਠਾ ਕੇ ਕਹਿ ਦਿੱਤਾ, ਕਹਿੰਦੇ ਹੁਣ ਤੁਸੀਂ ਗੁਰੂ ਆ, ਮੈਂ ਤੁਹਾਡਾ ਚੇਲਾ ਆ। ਸਤਿਗੁਰੂ ਨੇ ਕਿਹਾ, ਕਹਿੰਦੇ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ, ਤੇ ਤੀਜਾ ਬਚਨ ਕਿਹਾ, ਕਹਿੰਦੇ ਕਦੇ ਕਮੀ ਨਾ ਹੈ, ਕਹਿੰਦੇ ਕੋਈ ਕਮੀ ਨਹੀਂ ਤੁਹਾਡੇ ਕੋਲ ਹੋਵੇਗੀ ਭਾਈ ਬਿਧੀ ਚੰਦ, ਜੋ ਇੱਛਾ ਤੁਸੀਂ ਕਰੋਗੇ ਸਭ ਪੂਰੀ ਹੋਵੇਗੀ। ਹੁਣ ਦੇਖੋ ਬੜੀ ਵੱਡੀ ਗੱਲ ਆ, ਭਾਈ ਬਿਧੀ ਚੰਦ ਨੇ ਵਕਤ ਸੰਭਾਲਿਆ ਤੇ ਇੱਕ ਗੱਲ ਹੋਰ ਕਹਿ ਦਿੱਤੀ। ਭਾਈ ਬਿਧੀ ਚੰਦ ਕਹਿੰਦੇ ਸਤਿਗੁਰੂ ਜੇ ਅੱਜ ਫੇਰ ਟੁੱਟੇ ਹੋ ਨਾ, ਪਹਿਲਾਂ 4 ਬਚਨ ਦਿੱਤੇ ਸੀ, ਅੱਜ 3 ਦਿੱਤੇ ਨੇ, ਕਹਿੰਦੇ ਇੱਕ ਹੋਰ ਦੇ ਦਿਓ, ਕਹਿੰਦੇ ਇੱਕ ਬਚਨ ਹੋਰ ਦੇ ਦਿਓ। ਤੇ ਉਹਨਾਂ ਬਚਨ ਮੰਗਿਆ, ਕਹਿੰਦੇ ਸਤਿਗੁਰੂ ਇਸ ਨਿਮਾਣੇ ਤੇ ਤਰਸ ਕਰੋ ਤੇ ਮੰਗਣ ਵਾਲਾ ਖੀਸਾ ਹੀ ਖਾਲੀ ਕਰ ਦਿਓ, ਕਹਿੰਦੇ ਮੰਗਣ ਦੀ ਕੋਈ ਇੱਛਾ ਹੀ ਨਾ ਰਵੇ। ਪਿਆਰਿਓ ਸਾਡੀਆਂ ਜੀਵਨ ਦੀਆਂ ਮੰਗਾਂ ਜ਼ਰੂਰੀ ਨੇ, ਲੋੜੀਂਦਾ ਹੋਣਗੀਆਂ, ਪਰ ਜੇ ਦਾਤ ਮੰਗਾਂਗੇ ਤੇ ਦਾਤਾਰ ਵਿਸਰ ਜਾਵੇਗਾ। ਕਿਉਂ ਨਾ ਦਾਤਾਰ ਮੰਗ ਲਈਏ, ਦਾਤਾਂ ਆਪੇ ਆ ਜਾਣਗੀਆਂ। ਭਾਈ ਬਿਧੀ ਚੰਦ ਨੇ ਦਾਤੇ ਨੂੰ ਮੰਗ ਲਿਆ ਸੀ, ਉਹਨੇ ਦਾਤਾਂ ਨਹੀਂ ਮੰਗੀਆਂ ਸੀ। ਤੇ ਸਤਿਗੁਰੂ ਜੀ ਨੇ ਬਚਨ ਕੀਤਾ, ਉਹਨਾਂ ਕਿਹਾ, ਕਹਿੰਦੇ ਭਾਈ ਬਿਧੀ ਚੰਦ ਤੈਨੂੰ ਕਰਤਾਰ ਚੇਤੇ ਆਵੇ। ਤੇ ਸਾਡਾ ਇਤਿਹਾਸ ਕਹਿੰਦਾ ਹੈ ਭਾਈ ਬਿਧੀ ਚੰਦ ਜਿੱਥੇ ਵੀ ਜਾਂਦੇ ਸੀ ਨਾ, ਹਰ ਵੇਲੇ ਬਾਣੀ ਪੜ੍ਹਨੀ, ਹਰ ਵੇਲੇ ਬੰਦਗੀ ਕਰਨੀ, ਹਰ ਵੇਲੇ ਮੁਖ ਤੇ ਅਭਿਆਸ ਰਹਿਣਾ, ਸਿਮਰਨ ਕਰਦੇ ਰਹਿਣਾ। ਇੱਦਾਂ ਨਹੀਂ ਸਤਿਗੁਰੂ ਜੀ ਵਡਿਆਈ ਬਖਸ਼ਦੇ ਆ। ਪਿਆਰਿਓ ਆਪਣੇ ਜੀਵਨ ਵੱਲ ਝਾਤ ਮਾਰੀਏ। ਮੈਂ ਆਪ ਜੀ ਦੀ ਗੱਲ ਨਹੀਂ ਕਰ ਰਿਹਾ, ਮੈਂ ਆਪਣੀ ਗੱਲ ਕਰ ਰਿਹਾ ਨਾਲ। ਜ਼ਰਾ ਸੋਚ ਕੇ ਦੇਖੀਏ ਕਿ ਉਹ ਗੁਰਸਿੱਖ ਜਿਹੜੇ ਨੇ ਉਹਨਾਂ ਨੂੰ ਇੰਨੀਆਂ ਵਡਿਆਈਆਂ ਕਿਵੇਂ ਮਿਲ ਗਈਆਂ, ਕਿਵੇਂ ਮਿਲੀਆਂ। ਹਾਂ ਪੂਰਬਲੇ ਕਰਮ ਹੋਣਗੇ, ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਉਹਨਾਂ ਨੇ ਗੁਰੂ ਕੇ ਚਰਨ ਨਹੀਂ ਛੱਡੇ। ਜਦੋਂ ਤੱਕ ਅਸੀਂ ਹਾੜੇ ਬੇਨਤੀਆਂ ਤਰਲੇ ਕਰਦੇ ਰਵਾਂਗੇ ਨਾ,
ਗੁਰੂ ਸਾਨੂੰ ਕਦੇ ਵੀ ਕੱਢ ਕੇ ਚੁੱਕ ਕੇ ਬਾਹਰ ਨਹੀਂ ਮਾਰੇਗਾ। ਇੱਕ ਨਾ ਸ੍ਰੀ ਹਰਗੋਬਿੰਦਪੁਰ ਥਾਂ ਆ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਸਾਈ। ਉਸ ਥਾਂ 'ਤੇ ਇੱਕ ਫਕੀਰ ਰਹਿੰਦੇ ਸੀ, ਸੈਯਦ ਜਾਨੀ ਸ਼ਾਹ। ਉਹ ਦਰਵੇਸ਼ ਸੀ, ਮੁਸਲਮਾਨ ਸੀ ਅਤੇ ਹਜ਼ਰਤ ਮੁਹੰਮਦ ਸਾਹਿਬ ਦੀ ਕੁਲ ਵਿੱਚੋਂ ਸੀ। ਉਹਨਾਂ ਕਿਤੇ ਮਹਾਂਪੁਰਖਾਂ ਦੇ ਸੰਗਤ ਕੀਤੀ, ਸਾਧੂ ਕਾ ਸੰਗ ਕੀਤਾ ਸੀ ਅਤੇ ਮਨ ਦੇ ਵਿੱਚ ਇੱਕ ਇੱਛਾ ਪੈਦਾ ਹੋਈ ਕਿ ਮੈਨੂੰ ਪਰਮਾਤਮਾ ਦੀ ਪ੍ਰਾਪਤੀ ਹੋਵੇ। ਮੇਰਾ ਨਿਸ਼ਚਾ ਪੰਗ ਆ, ਮੇਰੀ ਪਰਮਾਤਮਾ ਦੀ ਪ੍ਰਾਪਤੀ ਮੈਨੂੰ ਮਿਲੇ। ਅਤੇ ਸੈਯਦ ਜਾਨੀ ਸ਼ਾਹ ਉਹ ਜਾ ਕੇ ਮਿਲਦੇ ਹੈ ਖਵਾਜਾ ਕਸ਼ਮੀਰੀ ਨੂੰ। ਉਹ ਜਿਹੜੇ ਨੇ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਿੱਖ ਨੇ ਅਤੇ ਉਹਨਾਂ ਇੱਕ ਗੱਲ ਕਹੀ, ਕਹਿੰਦੇ ਇੱਕ ਕੰਮ ਕਰੀ, ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਵਿੱਚ ਜਾ, ਤੈਨੂੰ ਉਹ ਮਿਲੇਗਾ ਜੋ ਤੂੰ ਕਈ ਸਾਲਾਂ ਤੋਂ ਲੱਭਦਾ ਫਿਰ ਰਿਹਾ। ਸੈਯਦ ਜਾਨੀ ਸ਼ਾਹ ਇੱਕ ਗੱਲ ਪੁੱਛਦਾ, ਕਹਿੰਦੇ ਕਿੱਦਾਂ ਦੇ ਲੱਗਦੇ ਗੁਰੂ ਹਰਗੋਬਿੰਦ ਸਾਹਿਬ? ਉਹਨਾਂ ਕਿਹਾ, ਕਹਿੰਦੇ ਸ਼ਸਤਰਧਾਰੀ ਨੇ, 2 ਕਿਰਪਾਨਾਂ ਪਾਈਆਂ ਮੀਰੀ ਤੇ ਪੀਰੀ ਦੀਆਂ। ਤੇ ਸੈਯਦ ਜਾਨੀ ਸ਼ਾਹ ਮਨ ਦੇ ਵਿੱਚ ਸੋਚਦਾ ਹੈ, ਕਹਿੰਦੇ ਇੱਕ ਦਰਵੇਸ਼ ਜਿਹੜਾ ਮੈਨੂੰ ਪਰਮਾਤਮਾ ਨਾਲ ਜੋੜੇਗਾ, ਉਹਦਾ ਸ਼ਸਤਰਾਂ ਨਾਲ ਕੀ ਕੰਮ? ਕਹਿੰਦੇ ਉਹ ਸ਼ਸਤਰ ਕਿਉਂ ਚੁੱਕੇ ਨੇ? ਮਨ ਦੇ ਵਿੱਚ ਸ਼ੰਕਾ ਸੀਗਾ। ਪਰ ਸੱਚੀ ਗੱਲ ਪਿਆਰਿਓ, ਸੈਯਦ ਜਾਨੀ ਸ਼ਾਹ ਸਤਿਗੁਰੂ ਜੀ ਦੇ ਕੋਲ ਆਉਂਦਾ ਸ੍ਰੀ ਹਰਗੋਬਿੰਦਪੁਰ, ਅਤੇ ਜਦੋਂ ਸਤਿਗੁਰੂ ਜੀ ਦੇ ਦੀਦਾਰ ਕੀਤੇ ਨਾ ਪਹਿਲੀ ਵਾਰੀ, ਉਸ ਦੇ ਹਿਰਦੇ ਨੂੰ ਸਤਿਗੁਰ ਦੇ ਦੀਦਾਰ ਨੇ ਇੰਨਾ ਟੁੰਘਿਆ ਕਿ ਉਹਨੂੰ ਪਤਾ ਲੱਗ ਗਿਆ ਕਿ ਇਹੀ ਥਾਂ ਆ ਜਿੱਥੋਂ ਮੈਨੂੰ ਸਭ ਕੁਛ ਮਿਲਣਾ ਹੈ, ਹੋਰ ਕੋਈ ਥਾਂ ਹੀ ਨਹੀਂ। ਅਤੇ ਸੈਯਦ ਜਾਨੀ ਸ਼ਾਹ ਨਾ ਸ੍ਰੀ ਹਰਗੋਬਿੰਦਪੁਰ ਦੇ ਕਿਲ੍ਹੇ ਦੇ ਬਾਹਰ ਦਰਵਾਜ਼ੇ 'ਤੇ ਬੈਠ ਗਏ। ਜਿਹੜਾ ਕੋਈ ਲੰਘਦਾ ਉਹਨੂੰ ਕਹਿੰਦਾ, ਜਾਨੀ ਕੋ ਜਾਨੀ ਸੇ ਮਿਲਾ ਦੋ। ਮੈਂ ਜਾਨੀ ਆ ਅਤੇ ਮੇਰਾ ਜਾਨੀ ਉਹ ਪਰਮਾਤਮਾ ਆ। ਕਹਿੰਦੇ ਕਿਰਪਾ ਕਰੋ ਮੈਨੂੰ ਉਸ ਜਾਨੀ ਨਾਲ ਮਿਲਾ ਦਿਓ। ਸਤਿਗੁਰੂ ਜੀ ਉਸੇ ਰਾਹ ਤੋਂ ਲੰਘਦੇ ਸੀ। ਰੋਜ਼ ਸਤਿਗੁਰੂ ਜੀ ਉਸ ਥਾਂ ਤੋਂ ਲੰਘਦੇ ਅਤੇ ਇਹ ਸੈਯਦ ਜਾਨੀ ਸ਼ਾਹ ਰੋਜ਼ ਬੋਲਦਾ, ਜਾਨੀ ਕੋ ਜਾਨੀ ਸੇ ਮਿਲਾ ਦੋ। ਉੱਚੀ ਉੱਚੀ ਬੋਲਦਾ, ਜਾਨੀ ਕੋ ਜਾਨੀ ਸੇ ਮਿਲਾ ਦੋ। ਜਿਹੜਾ ਲੰਘਦਾ ਉਹਦੇ ਹਾੜੇ ਕੱਢਦਾ ਕਿ ਤੂੰ ਕਿਰਪਾ ਕਰ, ਜਾ ਗੁਰੂ ਹਰਗੋਬਿੰਦ ਸਾਹਿਬ ਨੂੰ ਬੇਨਤੀ ਕਰ ਕਿ ਮੇਰੀ ਝੋਲੀ 'ਚ ਦਾਤ ਪਾ ਦੇਣ। ਸਤਿਗੁਰੂ ਜੀ ਨੇ ਹੁਕਮ ਕੀਤਾ। ਮਹਾਰਾਜ ਉੱਥੋਂ ਲੰਘ ਰਹੇ ਸੀ, ਉਹਨੇ ਫੇਰ ਪੁਕਾਰਿਆ, ਜਾਨੀ ਕੋ ਜਾਨੀ ਸੇ ਮਿਲਾ ਦੋ। ਸਤਿਗੁਰੂ ਜੀ ਨੇ ਧਿਆਨ ਨਾ ਦਿੱਤਾ, ਜਾਣ ਕੇ ਧਿਆਨ ਨਾ ਦਿੱਤਾ, ਉੱਥੋਂ ਲੰਘ ਗਏ। ਕਈ ਵਾਰੀ ਘੋੜੇ ਦੀਆਂ ਸਾਲਾਂ ਵੀ ਲੱਗੀਆਂ, ਫੇਰ ਬੋਲਦਾ, ਜਾਨੀ ਕੋ ਜਾਨੀ ਸੇ ਮਿਲਾ ਦੋ। ਮਹਾਰਾਜ ਨੇ ਹੁਕਮ ਦੇ ਦਿੱਤਾ, ਕਹਿੰਦੇ ਇਹਦੇ ਸਾਹਮਣੇ ਦੀਵਾਰ ਚਿਣ ਦਿਓ। ਇਹ ਹੈ ਸਤਿਗੁਰ ਕੀ ਸੇਵਾ ਗਾਖੜੀ। ਜੇ ਗੁਰੂ ਕੇ ਕੋਲ ਆਏ ਆ ਨਾ ਤੇ ਇੰਨਾ ਨਿਸ਼ਚਾ ਪੰਗ ਹੋਣਾ ਚਾਹੀਦਾ। ਦੀਵਾਰ ਦੇ ਪਿੱਛੋਂ ਆਵਾਜ਼ਾਂ ਮਾਰਦਾ, ਜਾਨੀ ਕੋ ਜਾਨੀ ਸੇ ਮਿਲਾ ਦੋ। ਜਿਹੜੀ ਨਾਲ ਦੀ ਸੰਗਤ ਸੀ ਨਾ, ਉਹਨਾਂ ਨੂੰ ਤਰਸ ਆਇਆ, ਸਤਿਗੁਰੂ ਜੀ ਕੋਲ ਗਏ, ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਬੇਨਤੀ ਕੀਤੀ। ਕਹਿੰਦੇ ਸਤਿਗੁਰੂ ਜੀ, ਆਪ ਜੀ ਪਰਉਪਕਾਰੀ ਹੋ, ਕਿਰਪਾ ਕਰੋ ਇਹਦੀ ਝੋਲੀ ਵਿੱਚ ਦਾਤ ਪਾ ਦਿਓ। ਮਹਾਰਾਜ ਨੇ ਕੋਈ ਜਵਾਬ ਨਾ ਦਿੱਤਾ। ਉਧਰ ਜਾਨੀ ਸ਼ਾਹ ਨੂੰ ਜਾ ਕੇ ਲੋਕ ਕਹਿੰਦੇ ਤੂੰ ਆਪਣਾ ਰਸਤਾ ਬਸਤਾਂ ਜੋ ਤੇਰੀਆਂ ਬਣਦੀਆਂ ਨੇ ਸਤਿਗੁਰੂ ਤੋਂ ਮੰਗ ਲੈ, ਮਹਾਰਾਜ ਨੇ ਦੇ ਦੇਣੀਆਂ, ਤੂੰ ਲੈ ਤੇ ਘਰ ਜਾ। ਕਹਿੰਦੇ ਇੱਥੇ ਬਹਿ ਕੇ ਤੈਨੂੰ ਕੁਛ ਨਹੀਂ ਮਿਲਣ ਲੱਗਾ। ਪਰ ਉਹ ਇੱਕੋ ਗੱਲ ਕਹਿੰਦਾ, ਹੱਥ ਜੋੜ ਕੇ ਉਹਦੇ ਚਰਨ ਫੜ ਕੇ, ਜਿਹੜਾ ਵੀ ਗੁਰਸਿੱਖ ਆਵੇ ਉਹਨੂੰ ਕਹਿੰਦਾ ਸੀ, ਜਾ ਮੇਰੀ ਅਰਜ਼ੋਈ ਗੁਰੂ ਹਰਗੋਬਿੰਦ ਸਾਹਿਬ ਨੂੰ ਦੇ ਅਤੇ ਉਹਨੂੰ ਆਖ, ਜਾਨੀ ਕੋ ਜਾਨੀ ਸੇ ਮਿਲਾ ਦੋ। ਸਤਿਗੁਰੂ ਸਾਹਿਬ ਜੀ ਦੇ ਕੋਲ ਫੇਰ ਗੁਰਸਿੱਖ ਗਏ ਅਤੇ ਉਹਨਾਂ ਜਾ ਕੇ ਬੇਨਤੀ ਕੀਤੀ। ਕਹਿੰਦੇ ਮਹਾਰਾਜ ਕਿਰਪਾ ਕਰੋ। ਅਤੇ ਸਤਿਗੁਰੂ ਨੇ ਕਿਹਾ, ਕਹਿੰਦੇ ਜੇ ਉਹਨੂੰ ਇੰਨੀ ਲੋੜ ਆ ਨਾ, ਜੇ ਇੰਨਾ ਹੀ ਉਹਦੇ ਹਿਰਦੇ ਵਿੱਚ ਟਾਂ ਗਿਆ, ਉਹਨਾਂ ਨੂੰ ਆਖੋ ਜਾ ਦਰਿਆ ਦੇ ਵਿੱਚ ਛਾਲ ਮਾਰ ਦੇਵੇ।
सैयद जानी शाह दे कोल आके सिखां ने कहा, कहते सतगुरु जी ने बचन किया कि जा जानी शाह जाके दरिया च छाल मार दे। जानी शाह दे कोल सिख आके ये जो बोल सुनिया ना जानी शाह ने, आम पुरख हुंदा ना तो शायद ये गल सोचदा कि मैं इन्ने चिर दा बैठा बेनती करदा पिया, कुछ बोलदा पिया, सतगुरु तो सुनते ही नहीं। चलो छड्डो, घर नूं चलदे हैं। की हो जाएगा? शायद इन्हां कोल दात ना होवे, शायद देण दे समर्थ ना होण, पर प्यारिओ उस जानी शाह का निश्चा इन्ना पंग सी, गुरु ते इन्ना भरोसा सी कि वो इन्ना खुश होया। कहते मेरे वास्ते सतगुरु ने बचन उचारे ने, कहते कुछ बोले मेरे बारे। बस ये सुनन दी देर सी, जानी शाह उठिया ते जाके दरिया छाल मार दी। दरिया च छाल मारी ते सतगुरु ने पिछे सिखां नूं भेजिया ते आखिया जाओ जानी शाह नूं कढ लिया। जदों कढ के लियांदा ਉਹਦੀ अंतिम ਪ੍ਰੀਖਿਆ ਹੋਈ ਪਿਆਰਿਓ, जो शायद साडी सारियां दी कदे ना कदे सतगुरु किरपा करन होवेगी। महाराज ने बचन कीते, कहंदे जानी शाह तैनू जो चाहिदा लै ला, तैनू बस्तां चाहिदियां, रस्तां चाहिदियां, जो चाहिदियां लै ला, तू रिद्धियां सिद्धियां मंगदा वो भी लै ला। जानी शाह केवल एको गल कहंदा सी, जानी को जानी से मिला दो। कहंदे किरपा करो इस जिंदड़ी नूं उस प्यारे दे नाल मिला दो जिन्हों मिलन वास्ते मैं कई जन्मां तो भटकदा पिया। अपने वल झात मारो ये प्यारिओ, असी किन्ने क जन्मां तो फिरदे पए हैं। सतगुरु ने बाणी च कहा, कई जन्म भए कीट पतंगा, कई जन्म गज मीन कुरंगा, कई जन्म पंखी सर्प होयो, कई जन्म हैवर बिख जोयो, मिल जगदीश मिलन की बरिया, चिरंकाल ਇਹ ਦੇ ਸੰਜਰੀਏ। ਕਹਿੰਦੇ मैं तो कई जन्मां ਦਾ ਭਟਕਦਾ ਆ, ਤੇ ਜੇ ਇਸ ਭਟਕਣ ਵਿੱਚੋਂ ਵੀ ਕੁਝ ਖੱਟ ਕੇ नहीं ना ਲੈ गए तो फिर गल ये है कि सतगुरु का अंग साधु का संग है, पर ना नाम का रंग है तो ना निश्चा पंग है। सतगुरु ते अंग संग हमेशा ने ना, संगत विच भी बैठे हैं, पर महसूस करके देखो अपने हिरदे नूं पुछ के कि नाम का रंग महसूस किया है? वो किदां दा रंग है, वो किदां दा आनंद होवेगा जिस आनंद विच भाई मनी सिंह बह के जदों जलाद टोटे करदा शरीर दे ते भाई मनी सिंह एक गल कहंदे है, कहंदे जलादा पोटा इत्थों शुरू हुंदा है, कहंदे इत्थों ना वड, इत्थों ना वड, मेरा शरीर दा बंद इत्थों शुरू हुंदा है। कित्थों आया ये निश्चा अपंग? ये निश्चा अपंग गुरबाणी दा सदका है, और इस गुरबाणी दी बख्शिश ने साडे अंदर वो प्यास वो प्रेम पैदा करना है। नहीं तो जीवन अजाई जा रहा है तो जावेगा। प्यारिओ जदों भाई मती दास भाई सती दास नूं शहीद किया जा रहा सी ना, उन्हें एको गल कही सी, कहंदे जलाद, कहंदे मेरी बेनती इको आ, मेरा मुख मेरे गुरु वाल रखियो। ते मुख ते की सी? जपजी साहब दी बाणी। सतगुर दी किरपा असी सारे रोज़ाना जपजी साहब पढ़ते हैं, पर जिहड़ा आनंद भाई मती दास भाई सती दास भाई दयाला महसूस करता है कि असी कदे महसूस किया है? कि असी उस आनंद नूं कदे फील करने की कोशिश की है कि वो किहड़ा आनंद आ जिहड़ा सतगुर ने मेरी झोली दे विच पा देना है जे मेरा निश्चा पंग होवेगा। ते जे वो आनंद मैं महसूस नहीं किया तो निराश होने की लोड़ नहीं, निराश होने की लोड़ नहीं। सतगुरु कदे भी बख्श सकते, ये सतगुर की मौज है। पर एक चीज़ जो मैं कर सकदा, जो मेरे हथ विच है, वो ये है
ਕਿ ਆਪਣੇ ਜੀਵਨ ਨੂੰ ਗੁਰੂ ਦੇ ਅਨੁਸਾਰ ਬਣਾ ਲੈਣਾ, ਢਾਲ ਲੈਣਾ। ਔਰ ਉਹ ਜਦੋਂ ਮੈਂ ਜੀਵਨ ਸਤਿਗੁਰ ਦੇ ਅਨੁਸਾਰ ਬਣਾਵਾਂਗਾ ਨਾ, ਉਸ ਵਿੱਚ ਮੇਰੀਆਂ ਗਲਤੀਆਂ ਵੀ ਸਤਿਗੁਰ ਬਖਸ਼ ਦਿੰਦੇ ਆ, ਬੜੀਆਂ ਵੱਡੀਆਂ ਗਲਤੀਆਂ। ਭਾਈ ਬਿਧੀ ਚੰਦ ਨੂੰ ਚੋਰ ਤੋਂ ਸੀਨਾ ਬਣਾ ਲਿਆ, ਬਹੁਤ ਵੱਡੀਆਂ ਗਲਤੀਆਂ ਸਤਿਗੁਰੂ ਬਖਸ਼ ਦਿੰਦੇ ਆ। ਪਰ ਗੱਲ ਸਿਰਫ ਇਹ ਆ, ਜੇ ਅਸੀਂ ਗੁਰੂ ਵਾਲੇ ਹਾਂ। ਇੱਕ ਬੜੀ ਵਿਦਵਾਨਾਂ ਦੇ ਵਿੱਚ ਇੱਕ ਗੱਲ ਚੱਲਦੀ ਹੈ, ਬਾਬੇ ਕੇ ਬਾਬਰ ਕੇ। ਅਸੀਂ ਕਿਹੜੇ ਪਾਸੇ ਹਾਂ? ਗੁਰੂ ਨਾਨਕ ਪਾਸੇ ਹਾਂ ਜਾਂ ਬਾਬਰ ਵਾਲੇ ਪਾਸੇ? ਇਹ ਸਾਨੂੰ ਸਮਝਣਾ ਪਵੇਗਾ ਔਰ ਸਾਨੂੰ ਵਾਚਣਾ ਪਵੇਗਾ। ਇਸ ਪੱਖ ਨੂੰ ਆਪਾਂ ਹਮੇਸ਼ਾ ਵਾਚੀਏ। ਭਾਈ ਗੁਰਦਾਸ ਜੀ ਦਾ ਇੱਕ ਕਵਿਤਾ ਆ, ਮੈਨੂੰ ਲੱਗਦਾ ਆਪ ਜੀ ਸਾਰਿਆਂ ਨੂੰ ਚੇਤੇ ਹੋਵੇਗਾ, ਚਰਨ ਸਰਨ ਗੁਰ ਏਕ ਪੈਂਡਾ ਜਾਈ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੈ ਤੈ। ਕਿਵੇਂ ਆਉਂਦੇ ਨੇ ਸਤਿਗੁਰੂ ਜੀ? ਕਸ਼ਮੀਰ ਦੀ ਧਰਤੀ ਤੇ ਮਾਤਾ ਭਾਗ ਭਰੀ ਬੈਠੀ ਹੈ ਤੇ ਉਹ ਮਾਂ ਬੇਨਤੀ ਕਰਦੀ ਹੈ, ਕਹਿੰਦੇ ਮੈਂ ਬੁੱਢੜੀ ਹਾਂ, ਮੇਰੇ ਸਰੀਰ ਦੇ ਵਿੱਚ ਤਾਕਤ ਨਹੀਂ ਗੀ ਕਿ ਮੈਂ ਤੁਹਾਡੇ ਦਰਸ਼ਨਾਂ ਨੂੰ ਆ ਸਕਾਂ। ਹੇ ਗੁਰੂ ਹਰਗੋਬਿੰਦ ਪਾਤਸ਼ਾਹ, ਕਿਰਪਾ ਕਰੋ, ਮੈਨੂੰ ਦੀਦਾਰ ਬਖਸ਼ੋ। ਤੇ ਉਹ ਪਿਆਰਾ ਪਰਉਪਕਾਰੀ ਸੂਰਮਾ ਸਤਿਗੁਰੂ ਜੀ ਕਸ਼ਮੀਰ ਦੀ ਧਰਤੀ ਤੇ ਜਾਂਦੇ ਤੇ ਸਿੱਧਾ ਜਾ ਕੇ ਉਸ ਮਾਂ ਦੀ ਝੋਪੜੀ 'ਚ ਖੜੇ ਹੁੰਦੇ ਆ, ਇਹ ਕਹਿ ਕੇ ਕਹਿੰਦੇ, ਮਾਂ ਸਾਡਾ ਚੋਲਾ ਕਿੱਥੇ ਆ? ਉਹ ਮਾਂ ਭਾਗ ਭਰੀ ਨੇ ਸਤਿਗੁਰ ਵਾਸਤੇ ਝੋਲਾ ਤਿਆਰ ਕੀਤਾ ਸੀ ਔਰ ਇੰਨੀਆਂ ਵਿਰਾਗ ਦੇ ਵਿੱਚ ਰੋਂਦੇ ਦੀਆਂ ਅੱਖਾਂ ਚਲੀਆਂ ਗਈਆਂ। ਤੇ ਜਦੋਂ ਸਤਿਗੁਰ ਜੀ ਨੇ ਉਹ ਚੋਲਾ ਧਾਰਨ ਕੀਤਾ ਨਾ, ਤੇ ਉਸ ਮਾਂ ਨੇ ਕੀ ਮੰਗਿਆ ਹੋਵੇਗਾ? ਧਨ ਪਦਾਰਥ ਮੰਗੇ ਹੋਣਗੇ, ਪੁੱਤਰ ਧੀਆਂ, ਉਸ ਤਾਂ ਸੁੱਖ ਮੰਗਿਆ ਹੋਵੇਗਾ, ਆਪਣਾ ਜੀਵਨ ਮੰਗਿਆ ਹੋਵੇਗਾ? ਨਹੀਂ, ਉਸ ਮਾਂ ਨੇ ਇੱਕੋ ਚੀਜ਼ ਮੰਗੀ ਸੀ। ਕਹਿੰਦੇ, ਸਤਿਗੁਰੂ ਬਹੁਤ ਪ੍ਰੇਮ ਨਾਲ ਤੁਹਾਡੇ ਵਾਸਤੇ ਚੋਲਾ ਬਣਾਇਆ, ਮੇਰੀਆਂ ਅੱਖਾਂ ਚੜੀਆਂ ਗਈਆਂ, ਕਿਰਪਾ ਕਰੋ, ਮੈਨੂੰ ਅੱਖਾਂ ਦੀ ਰੋਸ਼ਨੀ ਬਖਸ਼ੋ, ਤੁਹਾਡੇ ਦੀਦਾਰ ਕਰ ਸਕਾਂ। ਜੇ ਮੈਂ ਤੁਹਾਡੇ ਦੀਦਾਰ ਕਰ ਸਕਾਂ ਤੇ ਇਸ ਤੋਂ ਵੱਧ ਮੇਰੇ ਵਾਸਤੇ ਹੋਰ ਕੁਛ ਨਹੀਂ। ਸਤਿਗੁਰੂ ਜੀ ਨੇ ਸੀਸ ਤੇ ਹੱਥ ਰੱਖਿਆ, ਉਸ ਮਾਂ ਦੀ ਅੱਖਾਂ ਦੀ ਰੋਸ਼ਨੀ ਮੁੜ ਆਈ ਤੇ ਉਸ ਮਾਂ ਨੇ ਸਤਿਗੁਰੂ ਜੀ ਦੇ ਦੀਦਾਰ ਕਰਦਿਆਂ ਆਪਣਾ ਸਰੀਰ ਤਿਆਗ ਦਿੱਤਾ ਸੀ। ਇੰਨਾ ਸਮਰੱਥ ਸਤਿਗੁਰੂ ਜੀ ਇੱਥੇ ਬਕਾਲੇ ਪਿੰਡ ਦੇ ਨੇੜੇ ਇੱਕ ਪਿੰਡ ਆ, ਉੱਥੇ ਨਾ ਸਖੀ ਸਰਵਰੀਆਂ ਦਾ ਪਿੰਡ ਸੀ ਉਹ, ਤੇ ਉਸ ਸਥਾਨ ਤੇ ਖੁੱਲ੍ਹੇ ਤੌਰ ਤੇ ਕੋਈ ਗੁਰੂ ਨਾਨਕ ਸਾਹਿਬ ਜੀ ਦਾ ਸਿੱਖ ਨਹੀਂ ਵਸਦਾ ਸੀ। ਕੇਵਲ ਇੱਕ ਮਾਂ ਬੁੱਢੜੀ ਤੇ ਉਹਦਾ 13-14 ਸਾਲਾਂ ਦਾ ਇੱਕ ਬਾਲਕ ਸੀ। ਔਰ ਉਸ ਮਾਂ ਨੂੰ ਵੀ ਇਹ ਡਰ ਸੀ ਕਿ ਕਿਤੇ ਸਖੀ ਸਰਵਰੀਏ ਦੇ ਜਿਹੜੇ ਉਪਾਸਕ ਨੇ ਉਹ ਕਿਤੇ ਮੇਰੇ ਪੁੱਤ ਨੂੰ ਤੰਗ ਨਾ ਕਰਨ। ਤੇ ਉਹਨੇ ਦੱਸਿਆ ਨਹੀਂ ਸੀ ਗੁਰੂ ਨਾਨਕ ਬਾਰੇ। ਹਾਂ, ਬਾਣੀ ਪੜ੍ਹਾਉਂਦੀ ਸੀ, ਅਭਿਆਸ ਸਿਮਰਨ ਕਰਵਾਉਂਦੀ ਸੀ, ਸਾਰਾ ਕੁਝ ਕਰਵਾਉਂਦੀ ਸੀ, ਪਰ ਗੁਰੂ ਬਾਰੇ ਦੱਸਿਆ ਨਹੀਂ ਸੀ ਕਿ ਕਿਤੇ ਬਾਹਰ ਜਾ ਕੇ ਦੱਸ ਨਾ ਦੇਵੇ। ਇੱਕ ਦਿਨ ਉਹ ਪੁਰਖ ਨਾ ਬੈਠਾ ਉੱਥੇ ਖੂਹ ਦੇ ਉੱਤੇ, ਤੇ ਖੂਹ ਦੇ ਉੱਤੇ ਕੁਝ ਲੋਕ ਆਏ ਤੇ ਉਹਨਾਂ ਨੇ ਨਾ ਉਹਦਾ ਨਾਂ ਕਮਲਾ ਕਮਲਾ ਕਰਕੇ ਪਾ ਦਿੱਤਾ ਕਿ ਇਹ ਤੇ ਐਵੇਂ ਚਵਲ ਜੀ ਮਾਰੀ ਜਾਂਦਾ, ਇਹ ਸਿਆਣਾ ਨਹੀਂ ਗਾ, ਇਹਦਾ ਬੋਲਚਾਲ ਠੀਕ ਨਹੀਂ ਗਾ, ਐਵੇਂ ਬੋਲਦਾ ਰਹਿੰਦਾ, ਕੁਛ ਆਪੇ ਹੀ ਜਪਦਾ ਰਹਿੰਦਾ, ਕਹਿੰਦੇ ਇਹ ਐਵੇਂ ਹੀ ਆ। ਤੇ ਖੂਹ ਤੇ ਬੈਠਾ ਤੇ ਉਸ ਵੇਲੇ ਨਾ ਕੁਝ ਗੁਰੂ ਕੇ ਸਿੱਖ ਲੰਘੇ ਉੱਥੋਂ, ਤੇ ਜਦੋਂ ਗੁਰੂ ਕੇ ਸਿੱਖ ਲੰਘੇ ਤੇ ਉਹਨਾਂ ਜਾ ਕਰਕੇ ਕਿਹਾ, ਕਹਿੰਦੇ ਪਿਆਰਿਆ ਤ੍ਰੇ ਲੱਗੀ ਹੈ, ਜਲ ਛਕਾ ਦਿਓ। ਤੇ ਜਦੋਂ ਜਲ ਛਕਣ ਵਾਸਤੇ ਨੇੜੇ ਆਏ ਤੇ ਉਹਨਾਂ ਪੁੱਛਿਆ, ਕਹਿੰਦੇ ਤੇਰਾ ਗੁਰੂ ਕੌਣ ਆ? ਉਹਨਾਂ ਸਮਿਆਂ 'ਚ ਇਹ ਗੱਲ ਪੁੱਛੀ ਜਾਂਦੀ ਸੀ, ਸਾਨੂੰ ਨਹੀਂ ਪੁੱਛਦਾ ਕੋਈ ਅੱਜ ਕੱਲ੍ਹ, ਕਿਉਂਕਿ ਅਸੀਂ ਸਰੂਪ ਵਾਲੇ ਗੁਰੂ ਵਾਲੇ ਹਾਂ, ਅੰਦਰੋਂ ਦਾ ਕਿਸੇ ਨੂੰ ਕੀ ਪਤਾ ਹੈ। ਤੇ ਉਹ ਜਾ ਕਰਕੇ ਉਹਨਾਂ ਪੁੱਛਿਆ, ਕਹਿੰਦੇ ਤੇਰਾ ਗੁਰੂ ਕੌਣ ਆ? ਤੇ ਉਹ ਬਾਲਕ ਅੱਗੋਂ ਕਹਿੰਦਾ ਗੁਰੂ ਕੀ ਹੁੰਦਾ? ਮੈਨੂੰ ਮਾਫ਼ ਕਰਿਓ ਪਿਆਰਿਓ, ਸ਼ਾਇਦ ਸਾਨੂੰ ਅੱਜ ਗੁਰੂ ਦੀ ਪਰਿਭਾਸ਼ਾ ਜ਼ਰੂਰ ਪਤਾ ਆ, ਪਰ ਗੁਰੂ ਮੇਰੇ ਜੀਵਨ ਵਿੱਚ ਕੀ ਕਰ ਸਕਦਾ ਹੈ ਇਹਦਾ ਸਾਨੂੰ ਅਜੇ ਵੀ ਨਹੀਂ ਪਤਾ ਲੱਗਿਆ। ਤੇ ਉਹਨੇ ਜਾ ਕਰਕੇ ਉਹਨਾਂ ਪੁੱਛਿਆ, ਕਹਿੰਦੇ ਤੇਰਾ ਗੁਰੂ ਕੌਣ ਹੈ? ਕਹਿੰਦਾ ਮੈਨੂੰ ਨਹੀਂ ਪਤਾ ਗੁਰੂ ਕੀ ਹੁੰਦਾ। ਤੇ ਉਸ ਗੁਰੂ ਕੀ
ਬਖਸ਼ਿਸ਼ ਪ੍ਰਾਪਤ ਰੰਗ ਰਤੜੀ ਰੂਹ ਨੇ ਉਸ ਬਾਲਕ ਦੇ ਸਿਰ ਤੇ ਹੱਥ ਫੇਰਿਆ ਤੇ ਉਹਨੇ ਕਿਹਾ, ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਸੱਚੀ ਸਰਕਾਰ ਇਸ ਪਿੰਡ ਵਿੱਚ ਆਉਣ ਵਾਲੇ ਆ, ਕਹਿੰਦੇ ਉਹਨਾਂ ਦੇ ਦੀਦਾਰ ਕਰ ਲਈ। ਬਸ ਇਹ ਕਹਿ ਕਰਕੇ ਉਹ ਜਲ ਛਕ ਕੇ ਚਲੇ ਗਏ। ਤੇ ਉਹ ਜਿਹੜਾ ਬਾਲਕ ਸੀ ਉਹ ਘਰ ਗਿਆ, ਮਾਂ ਨੂੰ ਜਾ ਕੇ ਪੁੱਛਦਾ, ਕਹਿੰਦੇ ਮਾਂ ਸਾਡਾ ਗੁਰੂ ਕੌਣ ਆ? ਤੇ ਮਾਂ ਹੈਰਾਨ ਹੋ ਗਈ ਕਿ ਇਹਨੂੰ ਕਿਵੇਂ ਪਤਾ। ਤੇ ਮਾਂ ਨੇ ਸਾਰੀ ਗੱਲ ਦੱਸੀ ਤੇ ਉਹਨੇ ਦੱਸਿਆ, ਕਹਿੰਦੇ ਹੁਣ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੀ ਪਾਤਸ਼ਾਹ ਗੁਰਤਾ ਗੱਦੀ ਤੇ ਨੇ। ਤੇ ਉਸ ਮਾਂ, ਉਹ ਗਰੀਬੜੇ ਸੀ ਬੜੇ, ਤੇ ਉਸਨੇ ਪੁੱਛਿਆ, ਕਹਿੰਦੇ ਮੈਂ ਗੁਰੂ ਨੂੰ ਜਾਣਾ ਮਿਲਣ, ਮੈਂ ਜਾਣਾ ਗੁਰੂ ਦੇ ਦੀਦਾਰ ਕਰਨ ਵਾਸਤੇ, ਮੈਂ ਜਾਣਾ ਚਾਹੁੰਦਾ। ਤੇ ਉਸ ਮਾਂ ਨੇ ਇੱਕ ਗੱਲ ਕੀਤੀ, ਕਹਿੰਦੇ ਪੁੱਤ ਅਸੀਂ ਗਰੀਬ ਬੜੇ ਹਾਂ ਪਰ ਮੇਰਾ ਗੁਰੂ ਅਮੀਰ ਬੜਾ ਹੈ। ਉਹਨਾਂ ਕਿਹਾ, ਕਹਿੰਦੇ ਜੇ ਅਸੀਂ ਨਹੀਂ ਨਾ ਜਾ ਸਕਦੇ, ਮੇਰਾ ਨਿਸ਼ਚਾ ਇੰਨਾ ਪਾਂਗਿਆ, ਮੇਰਾ ਗੁਰੂ ਮੇਰੇ ਕੋਲ ਆਵੇਗਾ। ਕਹਿੰਦੇ ਤੂੰ ਗੁਰੂ ਗੁਰੂ ਜਪ ਅਰਦਾਸ ਕਰੀ ਜਾ, ਤੇਰਾ ਗੁਰੂ ਤੈਨੂੰ ਮਿਲਣ ਵਾਸਤੇ ਆਵੇਗਾ। ਤੇ ਪਿਆਰਿਓ ਸਮਾਂ ਬੀਤਿਆ, ਕੁਝ ਸਮੇਂ ਬਾਅਦ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਆਏ ਤੇ ਉਹਨਾਂ ਆ ਕਰਕੇ ਨਾ ਉਸ ਪਿੰਡ ਦੇ ਨੇੜੇ ਜਦੋਂ ਆਏ ਤੇ ਆ ਕਰਕੇ ਉਹਨਾਂ ਕਿਸੇ ਨੂੰ ਪੁੱਛਿਆ, ਕਹਿੰਦੇ ਇਸ ਪਿੰਡ ਦਾ ਚੌਧਰੀ ਕੌਣ ਹੈ? ਕਹਿੰਦੇ ਕੌਣ ਹੈ ਇਸ ਪਿੰਡ ਦਾ ਚੌਧਰੀ? ਤੇ ਉਹਨਾਂ ਕੁਝ ਸ਼ਰਾਰਤੀ ਲੋਕਾਂ ਨੇ ਇਸ਼ਾਰਾ ਕੀਤਾ, ਕਹਿੰਦੇ ਇਹ ਕਮਲਾ ਆ ਪਿੰਡ ਦਾ ਚੌਧਰੀ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਬਚਨ ਕੀਤੇ, ਕਹਿੰਦੇ ਹਾਂ ਇਹੀ ਚੌਧਰੀ ਹੋਵੇਗਾ। ਦੇਖੋ ਜਦੋਂ ਗੁਰੂ ਟੁੱਟਦਾ ਹੈ ਤੇ ਕੀ ਕਰਦਾ ਹੈ। ਸਤਿਗੁਰ ਸਾਹਿਬ ਜੀ ਕੋਲ ਆਏ ਤੇ ਆ ਕੇ ਨਾ ਉਸ ਪੁੱਤਰ ਨੂੰ ਕਿਹਾ, ਕਹਿੰਦੇ ਭੁੱਖ ਲੱਗੀ ਕੁਛ ਛਕਾ। ਹੁਣ ਸਤਿਗੁਰੂ ਨੂੰ ਦੇਖੋ ਕਿਵੇਂ ਪਤਾ ਆ, ਉਸ ਮਾਂ ਨੇ ਆਪਣੇ ਬੱਚੇ ਨੂੰ ਇੱਕ ਗੁੜ ਤੇ ਇੱਕ ਪੈਸਾ ਦਿੱਤਾ ਸੀ ਕਿ ਆਪਣੀ ਗੰਠੜੀ 'ਚ ਬੰਨ੍ਹ ਕੇ ਰੱਖ। ਉਹਦਾ ਨਾਂ ਸੀ ਪੱਲਾ ਸਿੰਘ। ਉਹ ਆਪਣੇ ਪੱਲੇ ਦੇ ਵਿੱਚ ਨਾ ਗੁੜ ਤੇ ਪੈਸਾ 24 ਘੰਟੇ ਪਾਈ ਰੱਖਦਾ ਸੀ, ਕਹਿੰਦੇ ਕਦੇ ਵੀ ਮੇਰਾ ਗੁਰੂ ਆ ਸਕਦਾ ਹੈ। ਕੀ ਸਾਡੀ ਇਹ ਤਿਆਰੀ ਹੈ ਕਿ ਅਸੀਂ ਤਿਆਰ ਹਾਂ ਕਿ ਗੁਰੂ ਹੁਣ ਵੀ ਆ ਸਕਦਾ ਹੈ? ਸ਼ਾਇਦ ਸਤਿਗੁਰੂ ਜੀ ਹੁਣ ਵੀ ਆ ਸਕਦੇ ਨੇ, ਸ਼ਾਇਦ ਬੈਠੇ ਹੋਣ ਸਾਡੇ ਵਿੱਚ। ਅਸੀਂ ਪੱਲਾ ਨਹੀਂ ਪਾਇਆ ਹੋਇਆ, ਉਹਨੇ ਪੱਲਾ ਪਾ ਕੇ ਰੱਖਿਆ ਸੀ ਇਸ ਉਮੀਦ ਦੇ ਵਿੱਚ, ਇਸ ਆਸ ਦੇ ਵਿੱਚ ਸੀ ਕਿ ਕਿਤੇ ਮੇਰਾ ਗੁਰੂ ਆਵੇਗਾ ਤੇ ਮੈਂ ਖਾਲੀ ਹੱਥ ਤੇ ਨਹੀਂ ਨਾ ਮਿਲਾਂਗਾ ਉਹਨੂੰ, ਮੈਂ ਕੀ ਭੇਟਾ ਕਰਾਂਗਾ। ਤੇ ਉਹਨੇ ਆਪਣੇ ਪੱਲੇ ਦੇ ਵਿੱਚ ਉਹ ਪਾ ਕੇ ਗੁੜ ਰੱਖਿਆ ਤੇ ਆ ਕੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਉਹਨੂੰ ਕਹਿੰਦੇ ਪੁੱਤ ਭੁੱਖ ਲੱਗੀ ਕੁਛ ਛਕਾ। ਤੇ ਉਹ ਬਾਲਕ ਅੱਗੋਂ ਕਹਿੰਦਾ ਪੱਲਾ ਸਿੰਘ, ਕਹਿੰਦਾ ਸਤਿਗੁਰੂ ਮਾਫ਼ ਕਰਿਓ, ਉਹਨੂੰ ਪਤਾ ਨਹੀਂ ਚੱਲਿਆ ਸੀ। ਤੇ ਉਹਨੇ ਇੱਕ ਗੱਲ ਕੀਤੀ, ਕਹਿੰਦੇ ਮੈਂ ਆਪਣੇ ਗੁਰੂ ਦੇ ਵਾਸਤੇ ਰੱਖਿਆ ਹੈ, ਇਹ ਮੈਂ ਆਪਣੇ ਗੁਰੂ ਵਾਸਤੇ ਰੱਖਿਆ ਹੈ। ਤੇ ਸਤਿਗੁਰੂ ਨੇ ਸੀਸ ਤੇ ਹੱਥ ਰੱਖਿਆ ਤੇ ਉਹਨੂੰ ਆਗਮ ਨਿਗਮ ਦੀ ਸੋਝੀ ਬਖਸ਼ੀ ਤੇ ਉਹਨੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਆਪਣਾ ਜਿਹੜਾ ਭੇਟ ਸੀ ਉਹ ਰੱਖੀ। ਸਤਿਗੁਰੂ ਜੀ ਨੇ ਬਹੁਤ ਆਨੰਦ ਨਾਲ ਛਕਿਆ ਤੇ ਮਹਾਰਾਜ ਉਹਨਾਂ ਦੇ ਘਰ ਵੀ ਗਏ ਤੇ ਘਰ ਜਾ ਕਰਕੇ ਸਾਰੇ ਪਿੰਡ ਨੂੰ ਉਹਨਾਂ ਬੁਲਾ ਕਰਕੇ ਪ੍ਰਸ਼ਾਦਾ ਛਕਾਇਆ। ਹਾਲਾਂਕਿ ਗਰੀਬ ਸੀ ਬਹੁਤ, ਪਰ ਜਦੋਂ ਸਤਿਗੁਰੂ ਆ ਜਾਵੇ ਤੇ ਗੁਰਬਤ ਨਹੀਂ ਰਹਿੰਦੀ। ਤੇ ਜਿਹੜੀ ਬੇਨਤੀ ਮੈਂ ਆਪ ਜੀ ਨੂੰ ਕਰ ਰਿਹਾ ਪਿਆਰਿਓ, ਇਹ 4 ਅਰਦਾਸਾਂ ਸਾਡੇ ਜੀਵਨ ਦੇ ਵਿੱਚ ਜ਼ਰੂਰੀ ਨੇ। ਸਤਿਗੁਰੂ ਕਾ ਅੰਗ, ਸਾਧੂ ਕਾ ਸੰਗ, ਨਾਮ ਕਾ ਰੰਗ ਤੇ ਸਾਡਾ ਨਿਸ਼ਚਾ ਭੰਗ ਹੋਵੇ, ਇਹ ਨਾ ਕਦੇ ਟੁੱਟੇ। ਤੇ 4 ਪੈਰਾਂ ਦੇ ਨਾਲ ਸਾਡੇ ਜੀਵਨ ਦੀ ਬਣਤਰ ਬਣ ਜਾਵੇ। ਮੈਂ ਇੱਕ ਛੋਟੀ ਜਿਹੀ ਬੇਨਤੀ ਕਹਿ ਕੇ ਸਮਾਪਤੀ ਕਰਾਂਗਾ। ਦੇਖੋ ਇਹ ਇੱਕ ਦਿਨ ਵਿੱਚ ਨਹੀਂ ਹੋਵੇਗਾ। ਇਹ ਨਾ ਅਸੀਂ ਸੋਚੀਏ ਕਿ ਬਈ ਅੱਜ ਮੈਂ ਸਾਰਾ ਦਿਨ ਨਿਤਨੇਮ ਕੀਤਾ ਆ, ਅੱਜ ਸੰਪੂਰਨ ਕਰ ਲਿਆ ਸਾਰਾ ਕੁਝ ਤੇ ਕੱਲ ਨੂੰ ਤੇ ਬਈ ਮੈਂ ਹੁਣ ਬਣ ਗਿਆ। ਹਜ਼ਰਤ ਮੁਹੰਮਦ ਸਾਹਿਬ ਦਾ ਪੋਤਰਾ ਸੀ ਨਾ, ਉਹਨਾਂ ਹਜ਼ਰਤ ਮੁਹੰਮਦ ਸਾਹਿਬ ਨੂੰ ਕਿਹਾ, ਕਹਿੰਦੇ ਕੱਲ ਨੂੰ ਨਾ ਮੈਂ ਤੁਹਾਡੇ ਨਾਲ ਨਮਾਜ਼ ਤੇ ਜਾਵਾਂਗਾ ਸਵੇਰੇ। ਤੇ ਜਦੋਂ ਨਮਾਜ਼ ਤੇ ਸਵੇਰੇ ਗਏ, ਹੁਣ ਲੈ ਗਏ ਨਮਾਜ਼ ਤੇ। ਜਦੋਂ ਵਾਪਸ ਆ ਰਿਹਾ ਸੀ ਨਾ ਤੇ ਲੋਕਾਂ ਨੂੰ ਕੋਠੇ ਤੇ ਸੁੱਤਿਆਂ ਦੇਖ ਕੇ ਕਹਿੰਦਾ ਦੇਖੋ ਕਿੰਨੇ ਨਸ਼ੁਕਰੇ ਨੇ। ਕਹਿੰਦੇ ਪਰਮਾਤਮਾ ਆਬੇ ਹਯਾਤ ਵੰਡ ਰਿਹਾ ਤੇ ਨਸ਼ੁਕਰਿਆਂ ਨੂੰ ਨੀਂਦ ਚੜੀ ਫਿਰਦੀ ਹੈ। ਤੇ ਹਜ਼ਰਤ ਮੁਹੰਮਦ ਸਾਹਿਬ ਨੇ ਉਹਦੀ ਬਾਂਹ ਫੜ ਕੇ ਕਿਹਾ ਸੀ, ਕਹਿੰਦੇ ਤੂੰ ਇੱਕ ਦਿਨ ਉੱਠਿਆ ਤੇ ਲੋਕਾਂ ਨੂੰ ਟਿਚਰਾ ਕਰਨ ਲੱਗ ਪਿਆ, ਇਹ ਨਾ ਕਦੇ ਕਰੀ। ਕਹਿੰਦੇ ਧਿਆਨ ਰੱਖ, ਜੇ ਇੱਕ ਖਿਣ ਗੁਰੂ ਨੇ ਤੈਨੂੰ ਦਿੱਤਾ ਹੈ ਨਾ, ਉਹਦਾ ਸ਼ੁਕਰ ਨਾ ਭੁੱਲੀ ਕਦੇ।
ਜੇ ਉਹਦਾ ਸ਼ੁਕਰ ਹੈ ਤੇਰੇ ਜੀਵਨ ਪੱਲੇ ਤੇ ਤੈਨੂੰ ਗੁਰੂ ਸਭ ਕੁਝ ਦੇਵੇਗਾ। ਤੇ ਜਿਸ ਦਿਨ ਕਹਿ ਕੇ ਇਹ ਕਹਿ ਦਿੱਤਾ ਨਾ ਮੈਂ ਤੇ ਡਿਜ਼ਰਵ ਕਰਦਾ ਸੀਗਾ, ਮੈਂ ਅਭਿਆਸ ਕੀਤਾ ਤਾਂ ਹੈ ਹੋਇਆ ਆ। ਨਹੀਂ ਪਿਆਰਿਓ, ਜੇ ਅਭਿਆਸ ਕੀਤੇ ਮਿਲਦੇ ਹੁੰਦੇ ਤੇ 100 ਹਜ਼ਾਰਾਂ ਸਾਲ ਰਿਖੀ ਮੁਨੀ ਬਹਿ ਕੇ ਕਦੋਂ ਦਾ ਲੈ ਜਾਂਦੇ। ਇਹ ਅਭਿਆਸ ਦੀ ਖੇਡ ਨਹੀਂ ਗੀ, ਇਹ ਸਭ ਕੁਝ ਗੁਰੂ ਦੀ ਕਿਰਪਾ, ਗੁਰੂ ਦੇ ਤਰਸ ਤੋਂ ਬਣਦਾ ਹੈ। ਤੇ ਉਸ ਤਰਸ ਦਾ ਪਾਤਰ ਬਣਨ ਵਾਸਤੇ ਸਾਨੂੰ ਰੋਜ਼ ਹਾੜੇ ਕੱਢਣੇ ਚਾਹੀਦੇ ਨੇ, ਰੋਜ਼ ਤਰਲੇ ਕਰਨੇ ਚਾਹੀਦੇ ਨੇ, ਔਰ ਇਸ ਪ੍ਰੀਤ ਨੂੰ ਚੇਤਾ ਰੱਖਣਾ ਚਾਹੀਦਾ ਹੈ। ਔਰ ਕਿਵੇਂ ਆਵੇਗੀ? ਗੁਰਬਾਣੀ ਦੇ ਨਾਲ। ਜੋ ਇੱਕ ਵਾਰੀ ਆਪਾਂ ਸਾਰੇ ਰਲ ਕੇ ਗਾਈਏ, ਹੈ ਨਾ, ਇਹੀ ਸਾਡੀ ਅਰਦਾਸ ਬਣ ਜਾਵੇ। ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ, प्रभ मिलबे को प्रीत मन लागी, पाए लगो मोहे करो बेनती, पाए लगो मोहे करो बेनती, को संत मिले वड पागी, को संत मिले वड पागी, प्रभ मिलबे को प्रीत मन लागी, प्रभ मिलबे को प्रीत मन लागी, प्रभ मिलबे को प्रीत मन लागी। वाहिगुरु जी का खालसा, वाहिगुरु जी की फतेह।